नमस्कार दोस्तों, वेलकम टू बालाजी एजुकेशन पॉइंट। स्टूडेंट्स, जिमें कि ਆਪਾਂ ਗਿਆਨ ਯਾਤਰਾ ਨਾਮ ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਸੀ ਈਟੀਟੀ ਪੇਪਰ 2 ਲਈ, ਤਾਂ ਉਸ ਦੀ ਅੱਜ ਸੈਕਿੰਡ ਵੀਡੀਓ ਬਣਾਉਣ ਜਾ ਰਹੇ ਹਾਂ। ਸਟੂਡੈਂਟਸ, ਇਹ ਵੀਡੀਓ ਤੁਹਾਨੂੰ ਆਉਣ ਵਾਲੇ ਈਟੀਟੀ ਦਾ ਪੇਪਰ 2 ਦਾ ਐਗਜ਼ਾਮ ਹੁੰਦਾ ਹੈ ਜਾਂ ਕੋਈ ਵੀ ਆਪਣਾ ਪੀਟੈਟ ਦਾ ਪੇਪਰ ਹੋਵੇ, ਉਸ ਦੇ ਵਿੱਚ ਕਾਫੀ ਹੈਲਪ ਮਿਲੂਗੀ। ਚਾਹੇ ਈਟੀਟੀ ਦਾ ਪੇਪਰ 1 ਹੋਵੇ ਜਾਂ ਪੇਪਰ 2 ਮੈਥ ਸਾਇੰਸ ਹੋਵੇ, ਉਸ ਦੇ ਵਿੱਚ ਮੈਥ ਦੇ ਵਿੱਚ ਤੁਹਾਨੂੰ ਕਾਫੀ ਹੈਲਪ ਮਿਲੂਗੀ। ਇਹ ਕੁਐਸਚਨ ਸਿਰਫ ਤੁਸੀਂ ਇਹ ਸੋਚ ਕੇ ਨਾ ਚੱਲਿਓ ਵੀ ਈਟੀਟੀ ਰਿਲੇਟਡ ਨੇ। ਇਹ ਕੁਐਸਚਨਸ ਕਿਉਂਕਿ ਕਈ ਟੌਪਿਕਸ ਨੇ ਜਿਹੜੇ ਹਰ ਇੱਕ ਪੇਪਰ ਦੇ ਲਈ ਸੇਮ ਨੇ, ਤਾਂ ਹਰ ਇੱਕ ਪੇਪਰ ਲਈ ਤੁਹਾਨੂੰ ਕਾਫੀ ਹੈਲਪ ਮਿਲੂਗੀ। ਸ਼ੁਰੂ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਕੁਐਸਚਨ ਤੋਂ। ਜਿਵੇਂ ਕਿ ਲਾਸਟ ਵੀਡੀਓ ਦੇ ਤਰੀਕੇ ਨਾਲ 10 ਕੁਐਸਚਨ ਕਵਰ ਕਰਾਂਗੇ। ਕੁਝ ਕੁਐਸਚਨ ਪ੍ਰੀਵੀਅਸ ਈਅਰ ਐਗਜ਼ਾਮਸ ਦੇ ਵਿੱਚ ਹੋਣਗੇ, ਕੁਝ ਨਵੇਂ ਕੁਐਸਚਨਸ ਹੋਣਗੇ, ਜਿਸ ਦੇ ਨਾਲ ਤੁਹਾਨੂੰ ਕੁਐਸਚਨ ਦਾ ਹਰ ਇੱਕ ਤਰ੍ਹਾਂ ਦਾ ਆਪਣੇ ਕੋਲੇ ਕ੍ਰਾਈਟੇਰੀਆ ਪਤਾ ਚੱਲੇ ਵੀ ਪੇਪਰ ਦੇ ਵਿੱਚ ਕੁਐਸਚਨ ਕਿਸ ਤਰ੍ਹਾਂ ਦਾ ਆਂਦਾ ਹੁੰਦਾ। ਠੀਕ ਹੈ ਜੀ, ਤਾਂ ਅੱਜ ਦਾ ਪਹਿਲਾ ਕੁਐਸਚਨ ਹੈ the zeros of the polynomial x square minus 2x minus 3। ਤਾਂ ਕਹਿੰਦਾ ਆਪਾਂ ਨੇ ਕੀ ਪਤਾ ਕਰਨੇ ਨੇ, ਦੋ ਫੈਕਟਰ ਪਤਾ ਕਰਨੇ ਨੇ ਜਿਹਦੇ ਨਾਲ ਇਹਦੀ ਵੈਲਿਊ ਕਿਸ ਦੇ ਬਰਾਬਰ ਬਣੇ, 0 ਦੇ ਬਰਾਬਰ ਬਣੇ। ਮਤਲਬ x square minus 2x minus 3 equal to 0 ਆਵੇ ਆਪਣੇ ਕੋਲੇ। ਤਾਂ ਸਟੂਡੈਂਟਸ, ਇਹ ਕੁਐਸਚਨ ਹੁਣ ਆਪਣੇ ਕੋਲੇ ਕੁਆਡਰੇਟਿਕ ਇਕੁਏਸ਼ਨ ਦਾ ਬਣ ਜਾਂਦਾ ਹੈ। ਇਹ ਸਟੂਡੈਂਟਸ, ਇਹ ਟੌਪਿਕ ਦਾ ਨਾਮ ਹੈ ਕੁਆਡਰੇਟਿਕ ਇਕੁਏਸ਼ਨ, ਦੋ ਘਾਤੀ ਸਮੀਕਰਨਾਂ ਜਿਸ ਨੂੰ ਆਪਾਂ ਕਹਿ ਦਿੰਦੇ ਆ। ਤਾਂ ਹੁਣ ਜੇ ਤੁਹਾਨੂੰ ਇਹ ਟੌਪਿਕ ਬਾਈ ਸ਼ਾਰਟਕਟ ਸੋਲਵ ਕਰਨਾ ਆਉਂਦਾ, ਉਸ ਤਰੀਕੇ ਨਾਲ ਕਰ ਸਕਦੇ ਹੋ ਜਾਂ ਫਿਰ ਬਾਈ ਆਪਸ਼ਨ ਵੀ ਪੁੱਟ ਕਰ ਸਕਦੇ ਹੋ। ਤਾਂ ਹੁਣ ਜਿਵੇਂ ਆਪਾਂ ਨੇ ਪੜਿਆ ਹੋਇਆ ਆਹ ਸਾਈਨ ਮਾਈਨਸ ਦਾ, ਤਾਂ ਜਿਹੜੀ ਸੈਂਟਰ ਵਾਲੀ ਵੈਲਿਊ ਹੈ ਮਾਈਨਸ ਕਰਕੇ ਬਣੂਗੀ ਆਪਣੇ ਕੋਲੇ। ਜੇ ਤੁਸੀਂ ਮੇਰੀ ਵੀਡੀਓ ਦੇਖੀ ਹੋਈ ਹੈ ਕੁਆਡਰੇਟਿਕ ਇਕੁਏਸ਼ਨ ਦੀ, ਤਾਂ ਮੈंने ਕਿਸ ਤਰੀਕੇ ਨਾਲ ਸੋਲਵ ਕਰਵਾਇਆ ਹੋਇਆ ਵੀ ਜੇ ਆ ਸੈਕਿੰਡ ਵਾਲਾ ਸਾਈਨ ਹੈ ਜਿਹੜਾ ਮਾਈਨਸ ਦਾ ਹੈ, ਤਾਂ ਸੈਂਟਰ ਵਾਲੀ ਵੈਲਿਊ ਮਾਈਨਸ ਕਰਕੇ ਬਣੂਗੀ। ਇਹ ਵੈਲਿਊ ਹਮੇਸ਼ਾ ਮਲਟੀਪਲਾਈ ਕਰਕੇ ਬਣੂਗੀ। ਇਹ ਵੈਲਿਊ ਹਮੇਸ਼ਾ ਕੀ ਕਰਕੇ ਬਣੂਗੀ, ਮਲਟੀਪਲਾਈ। ਤਾਂ ਦੇਖੋ ਕੀ ਆਨਸਰ ਆਊਗਾ, 3 ਤੇ 1, ਕਿਉਂਕਿ ਜੇ ਮੈਂ 3 ਚੋਂ 1 ਮਾਈਨਸ ਕਰੂੰਗਾ 2 ਆ ਜਾਊਗਾ, ਤੇ 3 ਤੇ 1 ਨੂੰ ਗੁਣਾ ਕਰੂੰਗਾ ਮੇਰੇ ਕੋਲੇ ਕਿੰਨਾ ਆ ਜਾਊਗਾ, 3। ਤੇ ਹੁਣ ਸਾਈਨ ਨੇ ਜਿਹੜੇ ਉਹ ਕਿਸ ਤਰੀਕੇ ਨਾਲ ਆਉਂਦੇ ਨੇ, ਕੁਆਡਰੇਟਿਕ ਇਕੁਏਸ਼ਨ ਦੇ ਵਿੱਚ ਆਪਾਂ ਨੇ ਕੀ ਪੜਿਆ ਹੋਇਆ ਹੈ, ਜੇ ਕੁਐਸਚਨ ਦੇ ਵਿੱਚ ਦੋਨੋਂ ਸਾਈਨ ਮਾਈਨਸ ਦੇ ਹੋਣ ਤਾਂ ਆਨਸਰ ਦੇ ਵਿੱਚ ਇੱਕ ਸਾਈਨ ਪਲੱਸ ਦਾ ਆਂਦਾ ਹੁੰਦਾ ਹੈ, ਇੱਕ ਸਾਈਨ ਕਿਸ ਦਾ ਆਂਦਾ, ਮਾਈਨਸ ਦਾ। ਇੱਕ ਸਾਈਨ ਪਲੱਸ ਦਾ, ਇੱਕ ਮਾਈਨਸ ਦਾ, ਤੇ ਜਿਹੜੀ ਬੜੀ ਵੈਲਿਊ ਹੈ ਉਹ ਪਲੱਸ ਦੀ, ਛੋਟੀ ਵੈਲਿਊ ਹੈ ਮਾਈਨਸ ਦੀ। ਇਹ ਸਾਰਾ ਮੈंने ਆਪਣੀ ਕੁਆਡਰੇਟਿਕ ਇਕੁਏਸ਼ਨ ਦੇ ਵਿੱਚ ਪੜਾਇਆ ਹੋਇਆ ਹੈ। ਤਾਂ ਤੁਹਾਡੇ ਕੋਲੇ ਜਿਹੜੇ ਫੈਕਟਰ ਬਣਨਗੇ +3 ਐਂਡ -1, +3 ਐਂਡ -1, ਤੁਸੀਂ ਇਕੁਏਸ਼ਨ ਦੇ ਵਿੱਚ ਪੁੱਟ ਕਰਕੇ ਵੀ ਦੇਖ ਸਕਦੇ ਹੋ। ਦੇਖੋ 3 ਦਾ ਸਕੁਅਰ 9 ਮਾਈਨਸ 3 ਇੰਟੂ 2 ਕਿੰਨਾ ਹੋ ਗਿਆ, 6 ਮਾਈਨਸ 3, ਤਾਂ 9 - 6 - 3 ਕਾਦੇ ਬਰਾਬਰ ਆ ਜਾਊਗਾ, 0। ਇਸੇ ਤਰੀਕੇ ਨਾਲ ਜੇ ਤੁਸੀਂ -1 ਵੀ ਪੁੱਟ ਕਰੋਗੇ ਫਿਰ ਵੀ ਕਿੰਨਾ ਆਨਸਰ ਆ ਜਾਊਗਾ, 0। ਤਾਂ ਤੁਹਾਡੇ ਕੋਲੇ ਆਨਸਰ ਕੀ ਆ ਗਿਆ, ਸੀ ਆਪਸ਼ਨ, +3 ਐਂਡ -1। ਤਾਂ ਪਹਿਲਾ ਕੁਐਸਚਨ ਸੀ ਸਟੂਡੈਂਟਸ ਆਪਣੇ ਕੋਲੇ ਕੁਆਡਰੇਟਿਕ ਇਕੁਏਸ਼ਨ ਦੇ ਵਿੱਚੋਂ। ਨੈਕਸਟ ਚੱਲਦੇ ਹਾਂ ਅਗਲੇ ਕੁਐਸਚਨ ਦੇ ਉੱਪਰ। ਸੈਕਿੰਡ ਕੁਐਸਚਨ ਦੇਖੋ ਕੀ ਕਹਿ ਰਿਹਾ, ਕਹਿੰਦਾ ਦ ਪੇਅਰ ਆਫ ਲੀਨੀਅਰ ਇਕੁਏਸ਼ਨਸ, ਇਹ ਆਣਾ ਸੀ ਉਰੇ, ਦ ਪੇਅਰ ਆਫ ਲੀਨੀਅਰ ਇਕੁਏਸ਼ਨਸ 4x + 3y - a - 2 = 0। ਠੀਕ ਹੈ ਜੀ, ਜਦੋਂ ਵੀ ਇਦਾਂ ਦੀ ਇਕੁਏਸ਼ਨ ਆ ਜਾਏ ਇਹਨੂੰ ਲੀਨੀਅਰ ਇਕੁਏਸ਼ਨ ਕਹਿੰਦੇ ਨੇ, ਕਿਉਂਕਿ ਦੋ ਫੈਕਟਰ ਆ ਗਏ x ਤੇ y। and 8x - 6y - a = 0 has infinitely many solutions। ਕਹਿੰਦਾ ਇਸ ਦੇ ਕਿੰਨੇ ਸੋਲੂਸ਼ਨਸ ਨੇ, infinitely many, ਮਤਲਬ ਕਾਫੀ ਜ਼ਿਆਦਾ ਸੋਲੂਸ਼ਨਸ ਨੇ। ਤਾਂ a ਦੀ ਵੈਲਿਊ ਪਤਾ ਕਰੋ, ਤਾਂ a ਦੀ ਵੈਲਿਊ ਪਤਾ ਕਰੋ। ਹੁਣ ਸਟੂਡੈਂਟਸ, ਜਦੋਂ ਵੀ ਇਨਫਾਈਨਾਈਟ ਮੈਨੀ ਸੋਲੂਸ਼ਨਸ ਆ ਜੇ ਤਾਂ ਇਸ ਨੂੰ ਕਰਨ ਦਾ ਤਰੀਕਾ ਕੀ ਹੁੰਦਾ, ਦੇਖੋ ਆਪਣੇ ਕੋਲੇ ਦੋ ਇਕੁਏਸ਼ਨਸ ਨੇ, 4x + 3y - a + 2 = 0, 8x - 6y - a = 0। ਹੁਣ ਇਸ ਨੂੰ ਕਰਨ ਦਾ ਤਰੀਕਾ ਕੀ ਹੈ, ਦੇਖੋ ਸਟੂਡੈਂਟਸ, x ਵਾਲੀ ਵੈਲਿਊ ਡਿਵਾਈਡ ਦੇ ਵਿੱਚ ਹੋ ਜਾਂਦੀ ਹੈ, ਜਾਂ ਫਿਰ ਆਪਾਂ ਕਹਿ ਸਕਦੇ ਹਾਂ x1/x2 = y/y2 = c1/c2। c1/c2 ਮਤਲਬ ਇਹ ਵੈਲਿਊ ਕੌਨਸਟੈਂਟ ਹੁੰਦੀ ਹੈ। ਤਾਂ ਦੇਖੋ 4/8 ਇਹਨੂੰ ਕੱਟ ਕੇ ਕਿੰਨਾ ਆਊਗਾ, 1/2। ਇਸੇ ਤਰੀਕੇ ਨਾਲ 3/6 ਇਹਨੂੰ ਕੱਟ ਕੇ ਵੀ ਕਿੰਨਾ ਆਊਗਾ, 1/2। ਤਾਂ ਹੁਣ ਆਪਣੇ ਕੋਲੇ a + 2
डिवाइड बाय ए, ਇਹਦੀ ਵੈਲਿਊ ਵੀ ਕਿੰਨੀ ਆਣੀ ਚਾਹੀਦੀ ਹੈ ਆਪਣੇ ਕੋਲੇ 1/2 ਆਣੀ ਚਾਹੀਦੀ ਹੈ। ਤਾਂ ਸਟੂਡੈਂਟਸ ਇੱਥੋਂ ਆਪਣੇ ਕੋਲੇ ਸੋਲਵ ਹੋ ਜਾਊਗਾ। ਦੇਖੋ a + 2/a ਕਿਸ ਦੇ ਬਰਾਬਰ ਆਣਾ ਚਾਹੀਦਾ 1/2 ਦੇ। ਤਾਂ ਕ੍ਰੋਸ ਮਲਟੀਪਲਾਈ ਕਰ ਦੋ 2a + 4 = a। ਤਾਂ a ਇੱਧਰ ਆ ਕੇ ਮਾਈਨਸ ਹੋ ਜਾਊਗਾ, a ਦੀ ਵੈਲਿਊ ਆ ਜਾਊਗੀ 4। ਤਾਂ ਸਟੂਡੈਂਟਸ a ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲੇ 4। ਇਸ ਦੇ ਵਿੱਚ ਪਲੱਸ ਮਾਈਨਸ ਨੂੰ ਇੰਨਾ ਧਿਆਨ ਨਹੀਂ ਦੇਣਾ ਹੁੰਦਾ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਆਪਣੇ ਕੋਲੇ ਇਸ ਇਕੁਏਸ਼ਨ ਦੀ ਵੈਲਿਊ ਆ ਜਾਊਗੀ 4, a ਦੀ ਵੈਲਿਊ ਕਿੰਨੀ ਆ ਗਈ 4। ਤਾਂ ਇਹ ਤਰੀਕਾ ਹੁੰਦਾ ਆਪਣੇ ਕੋਲੇ ਕੁਐਸਚਨ ਸੋਲਵ ਕਰਨ ਦਾ ਜਦੋਂ ਵੀ ਕੀ ਆ ਜਾਏ ਆਪਣੇ ਕੋਲੇ ਇਨਫਾਈਨਾਈਟ ਮੈਨੀ ਸੋਲੂਸ਼ਨਸ। ਤਾਂ a1/a2 = b1/b2 ਜਾਂ = c1/c2 ਜਾਂ ਫਿਰ x1/x2 y1/y2 = c1/c2। ਪਲੱਸ ਮਾਈਨਸ ਨਹੀਂ ਲੈ ਕੇ ਚੱਲਣਾ ਆਪਾਂ। ਨੈਕਸਟ ਚੱਲਦੇ ਹਾਂ ਜੀ ਥਰਡ। ਕੀ ਕਹਿ ਰਿਹਾ ਦੇਖੋ, ਆ ਬਾਕਸ ਕੰਟੇਨਸ 12 ਬੋਲਸ ਆਊਟ ਆਫ ਵਿਚ x ਆਰ ਬਲੈਕ। ਕਹਿੰਦਾ ਕਿਸੇ ਬਾਕਸ ਦੇ ਵਿੱਚ 12 ਬੋਲਸ ਨੇ ਜਿਹਦੇ ਵਿੱਚੋਂ ਬਲੈਕ ਕਿੰਨੀਆਂ ਨੇ x। ਇਫ 6 ਮੋਰ ਬੋਲਸ ਵਿਚ ਆਰ ਬਲੈਕ ਆਰ ਪੁੱਟ ਇਨ ਦਾ ਬਾਕਸ, ਕਹਿੰਦਾ ਜੇ ਮੈਨੇ 6 ਬੋਲਸ ਜਿਹੜੀਆਂ ਕਿ ਬਲੈਕ ਨੇ ਉਹ ਬਾਕਸ ਦੇ ਵਿੱਚ ਹੋਰ ਪੁੱਟ ਕਰਤੀਆਂ ਤਾਂ ਪ੍ਰੋਬੇਬਿਲਿਟੀ ਆਫ ਡਰਾਇੰਗ ਅ ਬਲੈਕ ਬਾਕਸ ਇਜ਼ ਨਾਓ ਇਜ਼ ਡਬਲ ਆਫ ਵਾਟ ਇਟ ਵਾਸ ਬਿਫੋਰ। ਤਾਂ ਬਲੈਕ ਬਾਕਸ ਬਲੈਕ ਬੋਲ ਆਉਣ ਦੀ ਪ੍ਰੋਬੇਬਿਲਿਟੀ ਡਬਲ ਹੋ ਜੂ ਪਹਿਲਾਂ ਨਾਲੋਂ। ਤਾਂ x ਦੀ ਵੈਲਿਊ ਪਤਾ ਕਰੋ। ਤਾਂ ਸਟੂਡੈਂਟਸ ਦੇਖੋ ਜੇ ਆਪਾਂ ਬਾਈ ਆਪਸ਼ਨ ਨਹੀਂ ਕਰਨਾ, ਟੋਟਲ ਬਲੈਕ ਬੋਲ ਟੋਟਲ 12 ਬੋਲ ਸੀ ਜਿਹਦੇ ਵਿੱਚੋਂ ਬਲੈਕ ਮੰਨ ਲਓ x ਸੀ, ਤਾਂ ਬਲੈਕ ਆਉਣ ਦੀ ਪ੍ਰੋਬੇਬਿਲਿਟੀ ਕਿੰਨੀ ਹੋਗੀ x/12 x/12। ਹੁਣ ਜਿਹੜੀਆਂ ਬੋਲਸ ਨੇ 18 ਬੋਲਸ ਨੇ ਕਿਉਂਕਿ 6 ਬੋਲ ਹੋਰ ਐਡ ਕਰਤੀਆਂ ਜਿਹਦੇ ਵਿੱਚੋਂ ਹੁਣ ਬਲੈਕ ਬੋਲ ਕਿੰਨੀਆਂ ਨੇ, ਬਲੈਕ ਬੋਲ ਆਪਣੇ ਕੋਲੇ x + 6 ਕਿਉਂਕਿ x ਪਹਿਲਾਂ ਸੀ, 6 ਬੋਲ ਬਲੈਕ ਹੋਰ ਐਡ ਕਰਤੀਆਂ ਤਾਂ ਬਲੈਕ ਬੋਲ ਆਉਣ ਦੀ ਪ੍ਰੋਬੇਬਿਲਿਟੀ ਹੁਣ ਕਿੰਨੀ ਹੋਗੀ x + 6/18। ਤਾਂ ਹੁਣ ਉਹਨੇ ਕਿਹਾ ਕੀ ਹੈ, ਹੁਣ ਜਿਹੜੀ ਪ੍ਰੋਬੇਬਿਲਿਟੀ ਹੈ x + 6/18 ਇਹ ਡਬਲ ਹੈ। ਡਬਲ ਹੈ ਕਾਹਦੇ ਨਾਲੋਂ, ਪੁਰਾਣੀ ਪ੍ਰੋਬੇਬਿਲਿਟੀ ਨਾਲੋਂ। ਪੁਰਾਣੀ ਪ੍ਰੋਬੇਬਿਲਿਟੀ ਕਿੰਨੀ ਸੀ x/12 ਸੀ, ਤਾਂ x/12 ਨਾਲੋਂ ਡਬਲ ਹੈ। ਤਾਂ ਜੇ 2 ਨੂੰ ਮੈਂ ਕੱਟ ਦੂੰਗਾ 6 ਨੂੰ 18 ਤੇ ਕੱਟਦਾ 3 ਉੱਪਰ ਆ ਕੇ ਗੁਣਾ ਹੋ ਜਾਊਗਾ। ਤਾਂ x + 6 = 3x, ਇਧਰ ਆ ਕੇ ਮਾਈਨਸ ਹੋ ਜਾਊਗਾ 2x = 6। x ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲੇ 3। ਤਾਂ ਸਟੂਡੈਂਟਸ x ਦੀ ਵੈਲਿਊ ਆ ਜਾਊਗੀ ਆਪਣੇ ਕੋਲੇ 3। ਵੀ ਜਿਹੜੀਆਂ ਸਟਾਰਟਿੰਗ ਦੇ ਵਿੱਚ ਬਲੈਕ ਬੋਲ ਸੀ, ਸਟਾਰਟਿੰਗ ਦੇ ਵਿੱਚ ਬਲੈਕ ਬੋਲਸ ਕਿੰਨੀਆਂ ਸੀ 3। ਤਾਂ ਇਹ ਸੀ ਆਪਣੇ ਕੋਲੇ ਥਰਡ ਕੁਐਸਚਨ ਪ੍ਰੋਬੇਬਿਲਿਟੀ ਦੇ ਵਿੱਚੋਂ। Next question. In a given AP, if pth term is q and qth term is p, find its nth term. ਹੁਣ ਇਸ ਨੂੰ ਕੁਐਸਚਨ ਨੂੰ ਸੋਲਵ ਕਰਨ ਦਾ ਤਰੀਕਾ ਕੀ ਹੈ, ਜਿਵੇਂ ਆਪਾਂ ਲਾਸਟ ਵੀਡੀਓ ਦੇ ਵਿੱਚ ਵੀ ਪੜਿਆ ਸੀ, ਜਿਵੇਂ ਫੋਰਥ ਟਰਮ ਪਤਾ ਕਰਨੀ ਹੈ ਤਾਂ ਕੀ ਬਣ ਜਾਂਦਾ ਹੁੰਦਾ ਫੋਰਥ ਟਰਮ ਦਾ a + 3d ਕਿਉਂਕਿ a + n - 1d ਫਾਰਮੂਲਾ ਹੁੰਦਾ। ਤਾਂ pth ਟਰਮ ਦਾ ਮਤਲਬ ਕੀ ਹੋ ਗਿਆ a + p - 1d = q ਤੇ qth ਟਰਮ ਮਤਲਬ a + q - 1d = p। ਮਤਲਬ ਆ ਦੋ ਇਕੁਏਸ਼ਨਸ ਬਣ ਗਈਆਂ। ਤਾਂ ਸਟੂਡੈਂਟਸ ਜੇ ਆਪਾਂ ਇੱਥੋਂ ਵੈਲਿਊ ਫਾਈਂਡ ਕਰੀਏ a ਨਾਲ a ਕੈਂਸਲ ਹੋ ਜਾਊਗਾ, ਇਸ ਨੂੰ ਮਾਈਨਸ ਕਰਾਂਗੇ p - 1d - q - 1d = q - p। ਤਾਂ ਇੱਥੋਂ ਆਪਣੇ ਕੋਲੇ ਬਣ ਜੂ p - q * d ਕਿਉਂਕਿ d ਨਾਲ d ਆਪਣੇ ਕੋਲੇ ਜਦੋਂ ਓਪਨ ਕਰਾਂਗੇ ਕੈਂਸਲ ਹੋ ਜਾਊਗਾ q - p। ਤਾਂ d ਦੀ ਵੈਲਿਊ ਕਿੰਨੀ ਆ ਗਈ q - p ਡਿਵਾਈਡ ਬਾਈ p - q। p - q ਨੂੰ ਜੇ ਆਪਾਂ ਮਾਈਨਸ ਕਾਮਨ ਕੱਢ ਲਈਏ ਤਾਂ q - p ਹੋ ਜਾਊਗਾ, ਮਤਲਬ ਇਹ ਕੱਟ ਕੇ ਕਿੰਨਾ ਆ ਗਿਆ -1। d ਦੀ ਵੈਲਿਊ ਸਟੂਡੈਂਟਸ ਕਿੰਨੀ ਆ ਗਈ ਆਪਣੇ ਕੋਲੇ -1। ਹੁਣ ਆਪਾਂ ਇੱਕ ਇਕੁਏਸ਼ਨ ਪੁੱਟ ਕਰ ਸਕਦੇ ਆ, ਉੱਥੋਂ ਆਪਣੇ ਕੋਲੇ d ਦੀ ਆਪਣੇ ਕੋਲੇ a ਦੀ ਵੈਲਿਊ ਆ ਜਾਊਗੀ। ਤਾਂ ਦੇਖੋ a + p - 1 d ਦੀ ਵੈਲਿਊ ਕਿੰਨੀ ਆ -1 = q। ਤਾਂ a + -p ਹੋ ਗਿਆ, ਪਲੱਸ ਕੱਟ ਦੋ ਚਾਹੀਦੀ -p + 1 = q। ਤਾਂ a ਦੀ ਵੈਲਿਊ ਕਿੰਨੀ ਆ ਗਈ q + p - 1। ਆ ਦੋਨੋਂ ਵੈਲਿਊਜ਼ ਮੈਂ ਚੱਕ ਕੇ ਇੱਧਰ ਲੈ ਗਿਆ। a ਦੀ ਵੈਲਿਊ ਕਿੰਨੀ ਆ ਗਈ q + p - 1। ਹੁਣ ਆਪਾਂ ਨੇ nth ਟਰਮ ਪਤਾ ਕਰਨੀ ਹੈ। nth ਟਰਮ ਦਾ ਮਤਲਬ a + n - 1 * d। ਤਾਂ a ਦੀ ਵੈਲਿਊ ਕਿੰਨੀ ਆਪਣੇ ਕੋਲੇ q + p - 1 ਪਲੱਸ n - 1 * d ਦੀ ਵੈਲਿਊ ਕਿੰਨੀ ਆ -1। ਤਾਂ ਦੇਖੋ ਕੀ ਬਣ ਜੂਗਾ q + p - 1 - n
प्लस वन नाल -1 कैंसल, तक की आंसर आ गया Q + P - N। तो स्टूडेंट्स अपने को की आंसर आ जाऊगा Q + P - N। ये ऑप्शन आप कह सकते हैं Q + P या P + Q - N। तो अपने को आंसर आ गया ए ऑप्शन 4th क्वेश्चन का। तो इस क्वेश्चन नूं करन दा तरीका सी अपने को यह चीज। नेक्स्ट 5th क्वेश्चन कहंदा जी टॉय इज इन द फॉर्म ऑफ कोन माउंटेड ऑन अ हेमीस्फीयर। देखो एक हेमीस्फीयर है, एक हेमीस्फीयर है, ਇਹਦੇ ਉੱਪਰ ਇੱਕ ਕੋਨ ਰੱਖਤਾ, इस तरीके का एक टॉय है ऑफ रेडियस 3.5 सेंटीमीटर। हेमीस्फीयर का रेडियस है 3.5 सेंटीमीटर। जे आह 3.5 सेंटीमीटर है स्टूडेंट्स, आ भी 3.5 सेंटीमीटर होगा क्योंकि हेमीस्फीयर दे विच आ भी की हुंदा अपने कोले रेडियस। नैक्सट कहंदा टोटल हाइट ऑफ द टॉय इज 15.5। हुण टोटल हाइट देती स्टूडेंट्स 15.5 सेंटीमीटर। हुण जे टोटल हाइट 15 सेंटीमीटर है तो आपां कोन दी हाइट पता लग जूगी अपने को 15.5 चो 3.5 घटा देंगे 12 सेंटीमीटर। 15.5 चो 3.5 घटा देंगे अपने को कितनी आ गई, कोन दी हाइट कितनी आ गई 12 सेंटीमीटर। आपां ने टोटल सरफेस एरिया पता करना है। टोटल सरफेस एरिया पता करने लिए आपां नूं पहला तो सलांट हाइट पता होनी चाहिए है। सलांट हाइट लिए मैंने थोनों लास्ट वीडियो के भी दस्सिया सी, पाइथागोरस थ्योरम लगा लांगे 12 3.5 तो 12 का स्केयर प्लस 3.5 का स्केयर इसका अंडरूट कर देंगे, ये अपने को बन जूगा 156.25 का रूट 12.5। तो सलांट हाइट कितनी आ गई 12.5। हुण टोटल सरफेस एरिया पता करना है। देखो टोटल सरफेस एरिया की बनूगा, कर्व्ड सरफेस एरिया ऑफ कोन, कोन दा सारा बाहरला एरिया, कोन दा सारा बाहरला एरिया प्लस कर्व्ड सरफेस एरिया ऑफ हेमीस्फीयर, कर्व्ड सरफेस एरिया ऑफ हेमीस्फीयर। ठीक है जी, आ सारा एरिया। हुण कई बच्चों को लगता हो भी आपां सर्कल भी काउंट करांगे, सर्कल भी काउंट करांगे, बट सर्कल नहीं काउंट करांगे क्योंकि वो विचाले आ गया ते वो सर्कल आपां नूं दिखाई नहीं देना, वो सारा सिर्फ आपां नूं बाहरला हिस्सा दिखाई देगा। तो आपां ने जे सिर्फ कर्व्ड सरफेस एरिया का जोर कर देंगे तो अपने को टोटल सरफेस एरिया ही बन जाऊगा। तो कर्व्ड सरफेस एरिया ऑफ कोन कितना होंदा πr/l प्लस कर्व्ड सरफेस ऑफ हेमीस्फीयर कितना होंदा 2πr²। तो देखो जी πr उरो कॉमन कट लांगे l + 2r, बाई इसनूं कैलकुलेट करांगे पाई की वैल्यू 22/7। अपने को रेडियस कितना 3.5, 3.5 का मतलब 7/2। एल कितना देखो 12.5, 12.5 प्लस 7, 12.5 प्लस 2r, 2r का मतलब 2 गुना 3.5 7 हो गया, 12.5 ते 7 19, 7 नाल 7 कट गया, एक कट गया 11 ते इसनूं मल्टीप्लाई कर देंगे अपने को आंसर आ जाऊगा। इसनूं मल्टीप्लाई कर देंगे स्टूडेंट्स अपने को आंसर आ जाऊगा 214.5। इसनूं मल्टीप्लाई करके आंसर आ गया 214.5 सेंटीमीटर स्केयर। तो 5th क्वेश्चन का आंसर कितना आ जाऊगा अपने को 214.5 सेंटीमीटर स्केयर। नेक्स्ट द HCF ऑफ 2 number is 27 and their LCM is 162 if one of the number is 54 what is the other number। तो स्टूडेंट्स अपने को HCF LCM का क्वेश्चन है। फॉर्मूला की हुंदा हुण इसका मैंने तुहानूं फॉर्मूला करवाया होया HCF गुना LCM इज इक्वल टू प्रोडक्ट ऑफ 2 नंबर्स। HCF गुना LCM इज इक्वल टू प्रोडक्ट ऑफ 2 नंबर्स। तो आप फॉर्मूला पुट कर देंगे HCF कितना 27, LCM कितना 162 इज इक्वल टू पहला नंबर कितना 54, दूसरा नंबर आपने पता करना है तो दूसरा नंबर कितना पुट कर देंगे x। तो x की वैल्यू कितनी हो जूगी 27 गुना 162 बटा 54। तो 27 दूनी 2 54, इन कट देंगे 81। तो अपने को इस क्वेश्चन का आंसर कितना आ गया 81। इस क्वेश्चन का आंसर कितना आ गया 81। नेक्स्ट 7th नंबर क्वेश्चन फाइंड द लार्जेस्ट नंबर
which divides 546 and 764 leaving remainder 6 and 8 respectively। ਨੰਬਰ ਸਿਸਟਮ ਦੇ ਵਿੱਚੋਂ ਕੁਐਸਚਨ ਹੈ, ਕਹਿੰਦਾ ਕਿਹੜਾ ਨੰਬਰ ਹੈ ਜਿਹੜਾ 546 ਨੂੰ ਵੀ ਡਿਵਾਈਡ ਕਰੇ 764 ਨੂੰ ਵੀ ਡਿਵਾਈਡ ਕਰੇ ਬਟ ਰਿਮਾਈਂਡਰ ਕਿੰਨਾ ਰਵੇ 6 ਤੇ 8। ਰਿਮਾਈਂਡਰ ਹੁੰਦਾ ਜਿਹੜੀ ਐਕਸਟਰਾ ਵੈਲਿਊ ਹੁੰਦੀ ਹੈ, ਤਾਂ ਇਹ ਪਹਿਲਾਂ ਤੁਹਾਨੂੰ ਮੈਨੇ ਦੱਸਿਆ ਹੋਇਆ ਵੀ ਰਿਮਾਈਂਡਰ ਨੂੰ ਤਾਂ ਘਟਾ ਦਿਆ ਕਰੋ। ਉਰੇ ਆਪਣੇ ਕੋਲੇ 6 ਰਿਮਾਈਂਡਰ ਬਚਦਾ, ਮਤਲਬ 540 ਪੂਰਾ ਡਿਵਾਈਡ ਹੁੰਦਾ ਹੋਊਗਾ। ਇਸੇ ਤਰੀਕੇ ਨਾਲ 764 ਚੋਂ 8 ਰਿਮਾਈਂਡਰ ਬਚਦਾ, ਮਤਲਬ 756 ਪੂਰਾ ਡਿਵਾਈਡ ਹੁੰਦਾ ਹੋਊਗਾ। ਇਹ ਦੋਨੋਂ ਟਰਮ ਪੂਰੀਆਂ ਡਿਵਾਈਡ ਹੁੰਦੀਆਂ ਹੋਣਗੀਆਂ। ਆਪਾਂ ਨੇ ਚੈੱਕ ਕਰਨਾ ਕਿਹੜੇ ਕਿਹਦੇ ਪਹਾੜੇ ਤੇ ਦੋਨੋਂ ਟਰਮਸ ਵੰਡੀਆਂ ਜਾਂਦੀਆਂ ਨੇ। ਤਾਂ ਕੀ ਕਰੋ ਸਟੂਡੈਂਟਸ, ਇਹਨਾਂ ਦਾ ਡਿਫਰੈਂਸ ਲੈ ਲਓ। ਇਹਨਾਂ ਦਾ ਡਿਫਰੈਂਸ ਆ ਗਿਆ 216। ਹੁਣ 216 ਸਿਰਫ ਕਿਸ ਦੇ ਪਹਾੜੇ ਤੇ ਵੰਡਿਆ ਜਾਂਦਾ, 108 ਦੇ ਪਹਾੜੇ ਤੇ ਵੰਡਿਆ ਜਾਂਦਾ। 216 ਨਾ ਹੀ 96 ਦੇ ਪਹਾੜੇ ਤੇ ਵੰਡਿਆ ਜਾਂਦਾ, ਨਾ ਹੀ 104 ਦੇ ਪਹਾੜੇ ਤੇ, ਨਾ ਹੀ 88 ਦੇ ਪਹਾੜੇ ਤੇ। ਤਾਂ ਆਪਣੇ ਕੋਲੇ ਇਸ ਕੁਐਸਚਨ ਦਾ ਆਨਸਰ ਕੀ ਆ ਜਾਊਗਾ, ਬੀ ਆਪਸ਼ਨ 108। ਕਿਉਂਕਿ ਜੇ ਮੈਂ 108 ਨੂੰ ਇਸ ਦੇ ਨਾਲ ਡਿਵਾਈਡ ਕਰੂੰਗਾ, 108 ਗੁਣਾ 5 540, 108 ਗੁਣਾ 7 756। ਤਾਂ ਆਪਣੇ ਕੋਲੇ ਇਸ ਕੁਐਸਚਨ ਦਾ ਆਨਸਰ ਕਿੰਨਾ ਆ ਗਿਆ, 108। ਤਾਂ ਇਸ ਤਰੀਕੇ ਨਾਲ ਤੁਸੀਂ ਗੈਪ ਚੈੱਕ ਕਰ ਲਈਦਾ ਹੁੰਦਾ। ਗੈਪ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨੇ ਤੇ ਡਿਵਾਈਡ ਕਰੂਗਾ। ਨੈਕਸਟ, ਫਰੋਮ ਅ ਪੁਆਇੰਟ ਔਨ ਦਾ ਗਰਾਊਂਡ the angle of elevation of the bottom and top of transmission tower fixed at the top of 20-meter high building are 45 degree and 60 degree respectively। find the height of the tower। ਕੀ ਕਹਿ ਰਿਹਾ ਸਟੂਡੈਂਟਸ, ਆਪਣੇ ਕੋਲ ਇੱਕ 20 ਮੀਟਰ ਹਾਈ ਬਿਲਡਿੰਗ ਹੈ, ਕੁਝ ਦੂਰੀ ਤੋਂ ਆਪਾਂ ਨੇ ਉਹਦੇ ਟਾਵਰ ਲਗਾਤਾ। ਇੱਕ ਟਾਵਰ ਲਗਾਤਾ, ਇਹ ਟਾਵਰ ਦੀ ਹਾਈਟ ਪਤਾ ਕਰਨੀ ਹੈ। ਕਹਿੰਦਾ ਜੇ ਮੈਂ ਟਾਵਰ ਦੇ ਬੋਟਮ ਤੇ ਦੇਖਾਂ ਤਾਂ ਐਂਗਲ ਬਣਦਾ 45 ਡਿਗਰੀ, ਜੇ ਟਾਵਰ ਦੇ ਟੌਪ ਤੇ ਦੇਖਾਂ ਫੇਰ ਐਂਗਲ ਕਿੰਨੇ ਡਿਗਰੀ ਦਾ ਬਣਦਾ, 60 ਡਿਗਰੀ। ਤਾਂ ਹਾਈਟ ਐਂਡ ਡਿਸਟੈਂਸ ਦਾ ਕੁਐਸਚਨ ਹੈ ਇਹ। ਹੁਣ ਕਿਵੇਂ ਲਗਾਣਾ, ਦੇਖੋ ਜਿਵੇਂ ABC ਟ੍ਰਾਇੰਗਲ ਹੈ, ਪਰਪੈਂਡੀਕੂਲਰ ਬੇਸ ਆ ਹਾਈਪੋਟੇਨਿਊਜ਼ ਹੁੰਦਾ ਹੈ। ਇਸੇ ਤਰੀਕੇ ਨਾਲ ਬਾਹਰਲੇ ਚ ਪਰਪੈਂਡੀਕੂਲਰ ਬੇਸ ਸੇਮ ਰਹੂਗਾ, ਹਾਈਪੋਟੇਨਿਊਜ਼। ਤਾਂ ਹੁਣ ਕੀ ਲਗਾਵਾਂਗੇ, tan 45 ਇਜ਼ ਇਕਲ ਟੂ ਪਰਪੈਂਡੀਕੂਲਰ ਅਪੋਨ ਬੇਸ। ਪਰਪੈਂਡੀਕੂਲਰ B ਹੈ, ਬੇਸ ਆਪਾਂ ਨੂੰ ਪਤਾ ਨਹੀਂ, ਆਪਾਂ ਨੇ y ਮੰਨ ਲਿਆ। ਤਾਂ tan 45 ਦੀ ਵੈਲਿਊ 1 ਹੁੰਦੀ ਹੈ, B/y। ਤਾਂ y ਦੀ ਵੈਲਿਊ ਵੀ ਕਿੰਨੀ ਆ ਗਈ, 20। ਮਤਲਬ ਬੇਸ ਹੈ ਜਿਹੜਾ ਇਹ ਵੀ ਕਿੰਨਾ ਆ ਗਿਆ, 20। ਹੁਣ ਇਸੇ ਤਰੀਕੇ ਨਾਲ ਬਾਹਰਲੀ ਲਗਾ ਦਾਂਗੇ, tan 60 ਇਕੁਅਲ ਟੂ, ਹੁਣ ਪਰਪੈਂਡੀਕੂਲਰ ਕਿੰਨਾ, x+20, ਬੇਸ ਸੇਮ ਹੈ 20। ਤਾਂ tan 60 ਦੀ ਵੈਲਿਊ ਕਿੰਨੀ ਹੁੰਦੀ ਹੈ, √3 x+20/20। 20 ਇੱਧਰ ਆ ਕੇ ਗੁਣਾ ਹੋ ਜਾਊਗਾ, ਤਾਂ 20√3 ਇਕੁਅਲ ਟੂ x+20। ਆ 20 ਇੱਧਰ ਆ ਕੇ ਮਾਈਨਸ ਹੋ ਜਾਊਗਾ, ਤਾਂ 20 ਕੀ ਬਣ ਜਾਊਗਾ, √3 - 1 ਇਕੁਅਲ ਟੂ x। ਤਾਂ ਆਪਣੇ ਕੋਲੇ ਸਟੂਡੈਂਟਸ ਟਾਵਰ ਦੀ ਹਾਈਟ ਕਿੰਨੀ ਆ ਗਈ, b √3 - 1। ਆਪਸ਼ਨ ਆ ਜੂਗੀ ਆਪਣੇ ਕੋਲੇ, ਦੇਖੋ ਡੀ ਆਪਸ਼ਨ, b √3 - 1 ਮੀਟਰ। ਤਾਂ ਇਹ ਸੀ ਆਪਣੇ ਕੋਲੇ 8th ਨੰਬਰ ਕੁਐਸਚਨ। ਨੈਕਸਟ 9th ਨੰਬਰ ਕੁਐਸਚਨ ਕਹਿੰਦਾ the following represent age distribution of students in an elementary class। ਕਿਸੇ ਕਲਾਸ ਦੇ ਵਿੱਚ ਬੱਚਿਆਂ ਦੀ ਏਜ ਦੱਸੀ ਹੋਈ ਹੈ। find the mode of the values। find the mode of the values। ਦੇਖੋ ਲਾਸਟ ਵੀਡੀਓ ਦੇ ਵਿੱਚ ਮੈंने ਮੀਨ ਮੀਡੀਅਨ ਮੋਡ ਦਾ ਫਾਰਮੂਲੇ ਵਾਲਾ ਕੁਐਸਚਨ ਕਰਵਾਇਆ ਸੀ, ਇਸ ਦੇ ਵਿੱਚ ਮੋਡ ਪੁੱਛਿਆ ਹੋਇਆ। ਤਾਂ ਇਸ ਤਰੀਕੇ ਨਾਲ ਮੈਂ ਹਰ ਟਾਈਪ ਦਾ ਕੁਐਸਚਨ ਕਵਰ ਕਰੂੰਗਾ। ਜੇ ਤੁਸੀਂ ਮੇਰੀ ਇਹ ਵੀਡੀਓ ਸਾਰੀਆਂ ਦੇਖਦੇ ਹੋ, ਕੰਪਲੀਟ ਕਵਰ ਕਰਦੇ ਹੋ, ਤਾਂ ਮੋਡ ਪੁੱਛਿਆ ਹੋਇਆ। ਹੁਣ ਆਪਾਂ ਨੇ ਕੋਲੇ ਮੋਡ ਕੀ ਹੁੰਦਾ ਸਟੂਡੈਂਟਸ, ਜਿਹੜੀ ਵੈਲਿਊ ਸਭ ਤੋਂ ਜ਼ਿਆਦਾ ਵਾਰ ਰਿਪੀਟ ਹੋ ਰਹੀ ਹੈ, ਜਿਹੜੀ ਵੈਲਿਊ ਸਭ ਤੋਂ ਜ਼ਿਆਦਾ ਵਾਰ ਰਿਪੀਟ ਹੋ ਰਹੀ ਹੈ ਆਪਣੇ ਕੋਲੇ ਉਹ ਆਨਸਰ ਆ ਜਾਊਗਾ। ਤਾਂ ਦੇਖੋ ਜਿਵੇਂ 7 ਹੈ, 7 ਕਿੰਨੇ ਵਾਰੀ ਆ ਰਿਹਾ, 1 ਵਾਰੀ, 2 3 7 ਆ ਰਿਹਾ 3 ਵਾਰੀ। 9 ਚੈੱਕ ਕਰਦੇ ਆ, 9 1 ਵਾਰੀ, 2 ਵਾਰੀ, 3 4, 9 ਆ ਰਿਹਾ 4 ਵਾਰੀ, ਮਤਲਬ 7 ਤਾਂ ਗਿਆ। ਠੀਕ ਹੈ ਜੀ, 7 ਆਨਸਰ ਨਹੀਂ ਆਊਗਾ, ਆਪਣਾ ਆਨਸਰ 9 ਆ ਸਕਦਾ। ਆਪਸ਼ਨ ਹੋਰ ਆਪਣੇ ਕੋਲੇ ਕੀ ਹੈ, 1 10 1 11। 10 ਕਿੰਨੇ ਵਾਰੀ ਆ ਰਿਹਾ, 1 ਵਾਰੀ,
2 ਵਾਰੀ 10 ਤਾਂ ਆਊਗਾ ਹੀ ਨਹੀਂ। 11 ਕਿੰਨੇ ਵਾਰੀ ਆ ਰਿਹਾ? 1 ਵਾਰੀ, 2 ਵਾਰੀ, 3 ਵਾਰੀ। 11 ਵੀ ਕਿੰਨੇ ਵਾਰੀ ਆ ਰਿਹਾ? 3 ਵਾਰੀ। ਤਾਂ ਸਭ ਤੋਂ ਵੱਧ ਵਾਰ ਰਿਪੀਟ ਕੀ ਹੋ ਰਿਹਾ ਆਪਣੇ ਕੋਲੇ? 9। ਸਭ ਤੋਂ ਵੱਧ ਵਾਰ ਰਿਪੀਟ ਹੋ ਰਿਹਾ 9। 9 ਆ ਰਿਹਾ 4 ਵਾਰੀ। ਤਾਂ ਸਭ ਤੋਂ ਵੱਧ ਵਾਰ ਜਿਹੜਾ ਰਿਪੀਟ ਹੋਵੇ ਉਹ ਆਪਣੇ ਕੋਲੇ ਕੀ ਹੁੰਦਾ? ਮੋਡ। ਤਾਂ ਇਸ ਕੁਐਸਚਨ ਦਾ ਆਨਸਰ ਕੀ ਆ ਗਿਆ? 9। ਨੈਕਸਟ 10th ਨੰਬਰ ਕੁਐਸਚਨ, ਇਸ ਵੀਡੀਓ ਦਾ ਲਾਸਟ ਕੁਐਸਚਨ ਸਟੂਡੈਂਟਸ। ਟ੍ਰਾਇੰਗਲ ਦੇ ਵਿੱਚ ਆਪਣੇ ਕੋਲੇ ਇਫ ਦਾ ਕੰਪਲੀਮੈਂਟਰੀ ਐਂਗਲਸ ਵਾਲੇ ਟੌਪਿਕ ਦੇ ਵਿੱਚੋਂ ਕੁਐਸਚਨ ਹੈ, ਜਿਓਮੈਟਰੀ ਦਾ ਕੁਐਸਚਨ ਹੈ। ਇਫ ਦਾ ਕੰਪਲੀਮੈਂਟਰੀ ਐਂਗਲ ਆਫ ਐਨ ਐਂਗਲ ਇਜ਼ 25% ਮੋਰ ਦੈਨ ਦਾ ਐਂਗਲ। ਦੇਖੋ ਕੰਪਲੀਮੈਂਟਰੀ ਐਂਗਲ ਤੁਹਾਨੂੰ ਪਤਾ ਹੋਣਾ ਚਾਹੀਦਾ। ਕੰਪਲੀਮੈਂਟਰੀ ਐਂਗਲ ਕਿਹੜਾ ਹੁੰਦਾ ਹੈ? ਜਿਹੜੇ ਦੋ ਐਂਗਲਾਂ ਦਾ ਜੋੜ ਕਰਕੇ ਕਿੰਨੇ ਡਿਗਰੀ ਬਣਦਾ ਹੋਵੇ? 90 ਡਿਗਰੀ। ਦੋ ਐਂਗਲਾਂ ਦਾ ਜੋੜ ਕਰਕੇ 90 ਡਿਗਰੀ ਬਣਦਾ ਹੋਵੇ, ਉਹਨੂੰ ਆਪਾਂ ਕੀ ਕਹਿੰਦੇ ਆ? ਕੰਪਲੀਮੈਂਟਰੀ ਐਂਗਲ। ਠੀਕ ਹੈ ਜੀ। ਜਿਵੇਂ ਆਪਾਂ ਕਹਿ ਸਕਦੇ ਹਾਂ ਇੱਕ ਟ੍ਰਾਇੰਗਲ ਦੇ ਵਿੱਚ ਨੇ ਆ ਪੂਰਾ 90 ਡਿਗਰੀ ਦਾ, ਇਹ ਐਂਗਲ 1, ਇਹ ਐਂਗਲ 2, ਇਹਨਾਂ ਦੋਹਾਂ ਦਾ ਜੋੜ ਕਰਕੇ 90 ਡਿਗਰੀ ਬਣ ਰਿਹਾ। ਹੁਣ ਜਿਹੜਾ ਕੰਪਲੀਮੈਂਟਰੀ ਐਂਗਲ ਹੈ 25% ਜ਼ਿਆਦਾ ਦੂਸਰੇ ਐਂਗਲ ਨਾਲੋਂ। ਹੁਣ ਮੰਨ ਲਓ ਇੱਕ ਐਂਗਲ 100% ਹੈ, ਪਹਿਲਾ ਐਂਗਲ 100% ਹੈ, ਤਾਂ ਦੂਜਾ ਐਂਗਲ ਜਿਹੜਾ ਕੰਪਲੀਮੈਂਟਰੀ ਐਂਗਲ ਹੈ ਉਹ ਕਿੰਨੇ ਪਰਸੈਂਟ ਹੋ ਗਿਆ? 125% ਹੋ ਗਿਆ, ਕਿਉਂਕਿ 25% ਜ਼ਿਆਦਾ। ਆਪਾਂ ਨੇ ਇਕੱਲਾ ਐਂਗਲ ਪਤਾ ਕਰਨਾ, ਮਤਲਬ ਆਪਾਂ ਨੇ ਐਂਗਲ 1 ਦੀ ਵੈਲਿਊ ਪਤਾ ਕਰਨੀ ਹੈ। ਤਾਂ ਦੇਖੋ ਪਰਸੈਂਟੇਜ ਕਰ ਸਕਦੇ ਆ, 100 ਤੇ 125, 225% ਦੀ ਵੈਲਿਊ ਕਿੰਨੀ ਹੈ? 90। 1% ਦੀ ਵੈਲਿਊ ਕਿੰਨੀ ਆ ਜੂਗੀ? 90/225। ਹੁਣ ਮੈਨੇ किस ਦੀ वैल्यू पता करनी है? एंगल पता करना है, ना कि कॉम्प्लीमेंट्री एंगल। एंगल पता करना है मतलब एंगल 1 पता करना है, तो 100% ਦੀ वैल्यू पता कर ਲਾਂਗੇ। ਤਾਂ 100% ਦੀ वैल्यू ਕਿੰਨੀ ਆ ਜੂਗੀ? 90/225 ਗੁਣਾ 100। 25 ਦੇ ਪਹਾੜੇ ਤੇ ਕੱਟ ਦੋ, 25 ਚੌਕਾ 100, 25 9 ਦਾ 225, 9 ਨੂੰ ਕੱਟ ਦੋ 90 ਤੇ 10, ਤਾਂ ਕਿੰਨੇ ਡਿਗਰੀ ਆ ਗਿਆ? 40 ਡਿਗਰੀ। ਤਾਂ ਇੱਕ ਐਂਗਲ ਕਿੰਨੇ ਡਿਗਰੀ ਆ ਗਿਆ? 40 ਡਿਗਰੀ। ਜੇ ਉਹਨੇ ਕੰਪਲੀਮੈਂਟਰੀ ਐਂਗਲ ਪੁੱਛਿਆ ਹੁੰਦਾ 90 ਚੋਂ 40 ਘਟਾ ਦਿੰਦੇ, ਫਿਰ ਕਿੰਨਾ ਆਨਸਰ ਆ ਜਾਂਦਾ? 50 ਡਿਗਰੀ। ਜੇ ਉਹਨੇ ਕੰਪਲੀਮੈਂਟਰੀ ਐਂਗਲ ਪਤਾ ਕਰਨਾ ਹੁੰਦਾ ਤਾਂ ਆਪਾਂ 125 ਡਿਗਰੀ ਦੀ ਵੈਲਿਊ ਕੱਢ ਸਕਦੇ ਸੀ, ਜਾਂ ਫਿਰ 100 ਡਿਗਰੀ ਦੀ ਕੱਢ ਕੇ 90 ਚੋਂ ਘਟਾ ਦਿੰਦੇ, ਤਾਂ ਆਪਣੇ ਕੋਲੇ ਕੰਪਲੀਮੈਂਟਰੀ ਐਂਗਲ ਆ ਜਾਂਦਾ 50 ਡਿਗਰੀ। ਬਟ ਉਹਨੇ ਇਕੱਲਾ ਐਂਗਲ ਪੁੱਛਿਆ ਤਾਂ ਕਿੰਨਾ ਆਨਸਰ ਆ ਗਿਆ ਸਟੂਡੈਂਟਸ? 40 ਡਿਗਰੀ। ਤਾਂ ਇਹ ਸੀ ਆਪਣੀ ਅੱਜ ਦੀ ਸੈਕਿੰਡ ਵੀਡੀਓ, ਜਿਸ ਦੇ ਵਿੱਚ ਆਪਾਂ ਮੈਥ ਦੇ 10 ਕੁਐਸਚਨਸ ਹੋਰ ਇੰਪੋਰਟੈਂਟ ਕਵਰ ਕੀਤੇ। ਇਹ ਵੀਡੀਓਜ਼ ਤੁਹਾਡੇ ਆਉਣ ਵਾਲੇ ਐਗਜ਼ਾਮ ਲਈ ਕਾਫੀ ਜ਼ਿਆਦਾ ਹੈਲਪਫੁਲ ਰਹਿਣਗੀਆਂ। ਮੈਂ ਬਾਰੀ-ਬਾਰੀ ਕਹਿ ਰਿਹਾ, ਤੁਹਾਨੂੰ ਬਹੁਤ ਮਦਦ ਮਿਲੂਗੀ ਇਹਨਾਂ ਵੀਡੀਓਜ਼ ਤੋਂ। ਠੀਕ ਹੈ ਜੀ। ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ। ਜਿਹੜਾ ਵੀ ਕੋਈ ਤੁਹਾਡਾ ਦੋਸਤ ਤਿਆਰੀ ਕਰ ਰਿਹਾ ਉਸ ਕੋਲੇ ਵੀਡੀਓ ਪਹੁੰਚਾਈਓ। ਥੈਂਕ ਯੂ ਸੋ ਮਚ। ਦੇਖੋ ਸੈੱਲ ਦੇ ਵਿੱਚ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਬਾਇਓਲੋਜੀ ਬਾਰੇ। ਤਾਂ ਪਹਿਲਾ ਕੁਐਸਚਨ ਕੀ ਆਉਂਦਾ ਹੈ ਕਿ ਹੂ ਇਜ਼ ਨਾਊਨ ਐਜ਼ ਦਾ ਫਾਦਰ ਆਫ ਬਾਇਓਲੋਜੀ। ਜੀਵ ਵਿਗਿਆਨ ਦੇ ਪਿਤਾ ਦੇ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ? ਜੀਵ ਵਿਗਿਆਨ ਦੇ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਜੀਵ ਵਿਗਿਆਨ ਦੇ ਪਿਤਾ ਕਿਹਾ ਜਾਂਦਾ ਹੈ ਅਰਿਸਟੋਟਲ ਨੂੰ। ਠੀਕ ਹੈ ਜੀ। ਅਰਸਤੂ ਨੂੰ ਕਿਹਾ ਜਾਂਦਾ ਹੈ ਜੀਵ ਵਿਗਿਆਨ ਦੇ ਫਾਦਰ। ਠੀਕ ਹੈ ਜੀ। ਹੁਣ ਕੁਐਸਚਨ ਆਉਂਦਾ ਹੈ ਕਿ ਬਾਇਓਲੋਜੀ ਕੀ ਹੁੰਦੀ ਹੈ? ਬਾਇਓਲੋਜੀ ਕੀ ਹੁੰਦੀ ਹੈ? ਤਾਂ ਬਾਇਓਲੋਜੀ ਕੀ ਹੁੰਦੀ ਹੈ? ਇਟ ਇਜ਼ ਅ ਸਟੱਡੀ ਆਫ ਸਟਰਕਚਰ, ਫੰਕਸ਼ਨ, ਠੀਕ ਹੈ ਜੀ, फंक्शन, ग्रोथ, ओरिजिन, ठीक, एवोल्यूशन, ठीक है, एवोल्यूशन एंड डिस्ट्रीब्यूशन ऑफ लिविंग ऑर्गेनिजम्स, ठीक है, लिविंग ऑर्गेनिज्म। हुण की मतलब होया? देखो जो भी मनुखी शरीर है उसकी बनतर, ठीक है, मनुखी शरीर ही नहीं जिन्ने भी जीवित जीव जंतु ने उन्होंने जो भी शरीर की बनतर, उन्होंने शरीर किवें काम करता है, उन्होंने शरीर किस तरह ग्रो कर रहा है, चाहे उस पेड़ पौधे भी आ जाते हैं, जानवर भी आ जाते हैं। ठीक है जी। तो वह जो भी ने, जिवें फॉर एग्जाम्पल ओरिजिन हो गया, जिवें कि होमोसैपियन इंसान हो गया, उसकी ओरिजिन कित्थों हुई? ठीक है जी। वो कित्थों पैदा होया पहली बार, तो कित्थों चल के वो कित्थे तक पहुंचा? यह एवोल्यूशन, जिवें कि कहा जाता है कि जो इंसान है वो पहला एक बांदर तो बनया है, ठीक है, एप्स तो बनया है। तो उस तरह की एवोल्यूशन कि एक जो बांदर वर्गा शरीर सी वो किवें इस तरह का अज का जो मॉडर्न इंसान आ उस तक पहुंचा। उस तो बाद जो भी जानवर ने वो सारी दुनिया में किस तरह अलग अलग थावां ते फैले, इस सारियां दी जो स्टडी है, इस सारी चीज़ की जो ठीक है पढ़ाई है, जो आप इकट्ठी किया गया है, उसनूं कहा जाता है बायोलॉजी। तो दूजे जे सरल भाषा में देखिए तो बायोलॉजी की है? बायोलॉजी का मतलब होता है स्टडी ऑफ लाइफ, जिंदगी की जो पढ़ाई है, ठीक है, जिंदगी जो स्टडी है उसनूं कहा जाता है बायोलॉजी। तो क्वेश्चन होता है कि फादर ऑफ बायोलॉजी किसनूं कहा जाता है? अरिस्टोटल नूं। अरिस्टोटल नूं फादर ऑफ बायोलॉजी कहा जाता है। बायोलॉजी अगे डिवाइड है दो पार्ट्स दे विच,
ठीक है। एक आ जाती है जूलॉजी, एक आ जाती है बॉटनी, ठीक है, एक आ जाती है बॉटनी। जो जूलॉजी है उसनों कहा जाता है पशु विज्ञान, ठीक है, जो पशु विज्ञान है उसनों कहा जाता है जूलॉजी। और जो है वनस्पति विज्ञान, ठीक है, जो है वनस्पति विज्ञान उसनों कहा जाता है बॉटनी, ठीक है, वनस्पति विज्ञान ਨੂੰ कहा जाता है बॉटनी। ਤੇ जो जूलॉजी ਦੇ ਫਾਦਰ ਨੇ ਉਹ ਵੀ ਕੌਣ ਨੇ, ਅਰਿਸਟੋਟਲ, ਠੀਕ ਹੈ। ਤਾਂ ਅਰਿਸਟੋਟਲ ਨੂੰ ਤੁਸੀਂ ਨਾਮ ਯਾਦ ਰੱਖਣਾ ਹੈ ਕਿ ਫਾਦਰ ਆਫ ਬਾਇਓਲੋਜੀ ਵੀ ਕੌਣ ਨੇ, ਅਰਿਸਟੋਟਲ, ਤੇ ਫਾਦਰ ਆਫ ਜੂਲॉजी ਵੀ ਕੌਣ ਨੇ, ਉਹ ਵੀ ਕੌਣ ਨੇ, ਉਹ ਵੀ ਅਰਿਸਟੋਟਲ ਹੀ ਨੇ, ਠੀਕ ਹੈ ਜੀ। ਤੇ ਫਾਦਰ ਆਫ ਬੋਟਨੀ, ਫਾਦਰ ਆਫ ਬੋਟਨੀ ਕੌਣ ਹੈ, ਫਾਦਰ ਆਫ ਬੋਟਨੀ ਨੇ ਥਿਓਫਰੈਸਟਸ, ठीक है। वनस्पति विज्ञान के पिता के रूप में किसनों जानिया जाता है, तो वह है थियोफरस्टस, ठीक है। इन्हों जानिया जाता है बॉटनी के फादर के नाम नाल, ठीक है। फादर ऑफ बॉटनी कहा जाता है थियोफरस्टस। ये याद तुसीं याद रखनी है। उस तो बाद होंदी है कि स्टडी ऑफ सैल इज नाउन एज, ठीक है। सैल के अध्ययन नूं की कहा जाता है, सैल के अध्ययन नूं कहा जाता है साइटोलॉजी, ठीक है। सैल के अध्ययन नूं कहा जाता है साइटोलॉजी। तो फादर ऑफ साइटोलॉजी किसनूं कहा जाता है, फादर ऑफ साइटोलॉजी किसनूं कहा जाता है, यही कहा जाता है रॉबर्ट हुक नूं, ठीक है। रॉबर्ट हुक नूं कहा जाता है फादर ऑफ साइटोलॉजी, क्योंकि पहला जो सैल सी किसने लभ्या सी, वो लभ्या सीगा रॉबर्ट हुक ने, ठीक है। रॉबर्ट हुक ने पहला सैल डिस्कवर किया सीगा, ये तुसीं याद रखना है। नैक्सट अगे आता है कि विच इज नाउन एज बेसिक यूनिट ऑफ लाइफ, जो जिंदगी की मुढ़ली इकाई है उस किसनूं कहा जाता है, ठीक है। जिंदगी की मुढ़ली इकाई के नाम वजों किसनूं जानिया जाता है, वो कहा जाता है सैल नूं। क्यों कहा जाता है, देखो जो लाइफ की शुरुआत होंदी है, जिंदगी की शुरुआत होंदी है वो कित्थों होंदी है, वो एक सैल तो ही होंदी है, ठीक है जी। तुसीं अपने ते लै लो, आप इंसान हाँ, अपने माँ के पेट विच पहला जो अपने फादर का स्पर्म ते माँ का ओवा फर्टिलाइज होंदा है, ठीक है, फ्यूज होंदा है, उस विच आपां पहला एक सैल की तरह बनते हैं, उस तो ही वो सैल मल्टीप्लाई हो के डिवाइड हो के, ठीक है, एक पूरा ऑर्गेनिज्म बनता है, एक पूरा एंब्रियो बनता है, जो कि अगे एक बच्चे की तरह जन्म लैंदा है, ठीक है। तो जो जिंदगी की एक जो शुरुआत होंदी है वो कित्थों होंदी है, वो सैल तो ही होंदी है, इसलिए सैल नूं की कहा जाता है, बेसिक यूनिट ऑफ लाइफ कहा जाता है। इस तो इलावा सैल नूं होर की कहा जाता है, सैल नूं होर कहा जाता है स्ट्रक्चरल, ठीक है, स्ट्रक्चरल एंड फंक्शनल यूनिट ऑफ लाइफ, ठीक है। स्ट्रक्चरल एंड फंक्शनल यूनिट ऑफ लाइफ भी किस नूं कहा जाता है, वो भी कहा जाता है सैल नूं। मतलब कि जिंदगी की जो बनतर ते उसके जो काम काज ने जिंदगी विच करन वाले सारे वो किस दे उसकी जो मुढ़ली इकाई है वो भी की है, वो भी सैल है। क्योंकि अगर सैल नाल ही सब कुछ बनता है तो जो पिछे काम करने वाले जिवें कि अपने हत्थ पैर काम करते हैं, ठीक है, तो कित्थों काम करता है, जो अपना ब्रेन भी कित्थों बन के मिल के बनया है, वो भी सैल्स तो बन के मिल के बनया है। अपना दिल हार्ट भी कित्थों बन के मिल के बनया है, वो भी एक सैल तो बन के ही मिल के ही बनया है। तो जो स्ट्रक्चर एंड फंक्शनल यूनिट भी है लाइफ की, वो भी किस नूं कहा जाता है, वो भी एक सैल नूं ही कहा जाता है। उस तो इलावा जो बिल्डिंग ब्लॉक्स ऑफ, ठीक है, बिल्डिंग ब्लॉक्स ऑफ द बॉडी, बिल्डिंग ब्लॉक ऑफ द बॉडी भी किस नूं कहा जाता है, सैल नूं कहा जाता है। क्योंकि एक तो ज़्यादा सैल मिलके की बनाते हैं, पूरा शरीर बनाते हैं। जो अपनी स्किन है वो भी किस तो मिलके बनी है, वो भी सैल्स तो मिलके ही बनी है। जिन्ने भी अपने ऑर्गन ने, चाहे लीवर, चाहे हार्ट, चाहे ब्रेन, वो सारे किस तो मिलके बने हुए हैं, वो सैल्स तो मिलके बने हुए हैं। ये आप याद रखना है सैल बारे 3 गल्लां कि बेसिक यूनिट ऑफ लाइफ किस नूं कहा जाता है, सैल। स्ट्रक्चर एंड फंक्शनल यूनिट ऑफ लाइफ किस नूं कहा जाता है, वो भी सैल। ते बिल्डिंग ब्लॉक्स ऑफ, ठीक है, बॉडी किस नूं कहा जाता है, वो भी सैल नूं कहा जाता है, ठीक है। ये आप याद रखना है। ते आ गया हू डिस्कवर्ड द फर्स्ट सैल, पहला सैल किसने डिस्कवर किया सी, तो पहला सैल जो डिस्कवर किया सी वो किया सी रॉबर्ट हुक ने। इस करके ही इसनूं फादर ऑफ साइटोलॉजी भी कहा जाता है, ठीक है जी। तो रॉबर्ट हुक ने पहला सैल डिस्कवर किया सी 1665 दे विच, ठीक है, 1665 दे विच। ते इसने एक कोर्क दे विच, ठीक है, सैक्शन ऑफ कोर्क दे विच ये पहली बार लभ्या सीगा सैल नूं। एक्चुअल दे विच जो इसने सैल लभ्या सी वो सैल नहीं ना होके एक सैल वॉल सी, ठीक है। जो रॉबर्ट हुक ने पहली बार लभ्या सी वो सैल वॉल सी। तो क्वेश्चन आता है कि सैल वॉल नूं पहली बार लभण वाले कौन सी, वो भी रॉबर्ट हुक सी। तो सैल ते सैल वॉल दोनों नूं लभण वाले व्यक्ति कौन सी, उन्होंने नाम की सी रॉबर्ट हुक। ते किस विच लभ्या सी, उन्होंने कोर्क सैल विच लभ्या सी, ठीक है, कोर्क सैल दे विच इसने लभ्या सीगा। ते ये अपने याद रखना है। उस तो बाद नैक्सट आता है कि वट इज प्रोटोप्लाज्म। हुण प्रोटोप्लाज्म की हुंदा है, देखो सैल का एक स्ट्रक्चर होंदा है, जिस तरह ये सैल का स्ट्रक्चर हो गया, इस दे विच एक हुंदा है फ्लूइड स्ट्रक्चर, ठीक है, एक हुंदा है फ्लूइड मटीरियल, ठीक, फ्लूइड मटीरियल। उस तो इलावा उसदे विच हुंदा है एक और स्ट्रक्चर, ठीक है। जो फ्लूइड मटीरियल है इसनूं कहा जाता है साइटोप्लाज्म, ठीक है, साइटोप्लाज्म।
ਜੋ ਇਹ ਫਲੂਇਡ ਮਟੀਰੀਅਲ ਹੈ ਉਸ ਨੂੰ ਕਿਹਾ ਜਾਂਦਾ ਹੈ ਸਾਈਟੋਪਲਾਜ਼ਮ। तो जो इसके विच जो एक होर स्ट्रक्चर है उसਨੂੰ ਕਿਹਾ ਜਾਂਦਾ ਹੈ ਨਿਊਕਲੀਅਸ। ਤਾਂ ਸਾਈਟੋਪਲਾਜ਼ਮ ਪਲੱਸ ਨਿਊਕਲੀਅਸ ਨੂੰ ਮਿਲ ਕੇ ਜੋ ਇਹ ਪੂਰਾ ਸਟਰਕਚਰ ਬਣਦਾ ਹੈ ਇਸ ਨੂੰ ਕਿਹਾ ਜਾਂਦਾ ਹੈ ਪ੍ਰੋਟੋਪਲਾਜ਼ਮ। ਠੀਕ ਹੈ, ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈ? ਇਸ ਨੂੰ ਕਿਹਾ ਜਾਂਦਾ ਹੈ ਪ੍ਰੋਟੋਪਲਾਜ਼ਮ। ਤਾਂ ਕੁਐਸਚਨ ਆਉਂਦਾ ਕਿ ਨਿਊਕਲੀਅਸ ਨੂੰ ਪਹਿਲੀ ਵਾਰ ਕਿਸ ਨੇ ਲੱਭਿਆ ਸੀ? ਤਾਂ ਇਹ ਲੱਭਿਆ ਸੀ ਰੋਬਰਟ ਬਰਾਊਨ ਨੇ। ਠੀਕ ਹੈ, ਰੋਬਰਟ ਬਰਾਊਨ ਨੇ ਇਸ ਨੂੰ ਪਹਿਲੀ ਵਾਰ ਡਿਸਕਵਰ ਕੀਤਾ ਸੀ ਨਿਊਕਲੀਅਸ ਨੂੰ। ਠੀਕ ਹੈ, ਤੇ ਬ੍ਰੇਨ ਆਫ ਸੈੱਲ ਕਿਸ ਨੂੰ ਕਿਹਾ ਜਾਂਦਾ ਹੈ? ਸੈੱਲ ਦਾ ਬ੍ਰੇਨ ਵੀ ਕਿਸ ਨੂੰ ਕਿਹਾ ਜਾਂਦਾ ਹੈ? ਨਿਊਕਲੀਅਸ ਨੂੰ ਹੀ ਕਿਹਾ ਜਾਂਦਾ ਹੈ। ਠੀਕ ਹੈ, ਤੇ ਪ੍ਰੋਟੋਪਲਾਜ਼ਮ ਨੇ ਜੋ ਪਹਿਲੀ ਵਾਰ ਲੱਭਿਆ ਸੀ ਉਹ ਲੱਭਿਆ ਸੀਗਾ ਡੁਜ਼ਾਰਡਿਨ ਨੇ। ਠੀਕ ਹੈ, ਡੁਜ਼ਾਰਡਿਨ ਨੇ ਪਹਿਲੀ ਵਾਰ ਪ੍ਰੋਟੋਪਲਾਜ਼ਮ ਨੂੰ ਲੱਭਿਆ ਸੀ। ਤੇ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਠੀਕ ਹੈ ਜੀ, ਨੈਕਸਟ ਅੱਗੇ ਕੁਐਸਚਨ ਆਉਂਦਾ ਕਿ ਹੂ ਗੇਵ ਸੈੱਲ ਥਿਊਰੀ। ਠੀਕ ਹੈ, ਸੈੱਲ ਥਿਊਰੀ ਕਿਸ ਨੇ ਦਿੱਤੀ ਸੀ? ਉਹ ਦਿੱਤੀ ਸੀ ਸਕਲੈਡਨ ਐਂਡ ਸਵਾਨਨ ਨੇ। ਠੀਕ ਹੈ, ਸਕਲੈਡਨ ਐਂਡ ਸਵਾਨ ਨੇ ਇਹ ਸੈੱਲ ਥਿਊਰੀ ਦਿੱਤੀ ਸੀ। ਇਸ ਸੈੱਲ ਥਿਊਰੀ ਵਿੱਚ 5 ਆਬਜੈਕਟਿਵ ਸੀ। ਠੀਕ ਹੈ, 5 ਗੱਲਾਂ ਕਹੀਆਂ ਗਈਆਂ ਸੀ। ਕਿਹੜੀਆਂ ਕਿਹੜੀਆਂ? ਪਹਿਲੀ ਗੱਲ ਜੋ ਕਹੀ ਗਈ ਸੀ ਉਹ ਕਹੀ ਗਈ ਸੀ ਜੋ ਜਿੰਨੇ ਵੀ ਲਿਵਿੰਗ ਆਰਗੇਨਿਜ਼ਮ ਨੇ, ਜਿੰਨੇ ਵੀ ਜੀਵਿਤ ਜੀਵ ਜੰਤੂ ਨੇ ਕਿਸ ਤੋਂ ਮਿਲ ਕੇ ਬਣੇ ਨੇ? ਉਹ ਸੈੱਲ ਤੋਂ ਬਣੇ ਹੋਏ ਨੇ। ਇਹ ਪਹਿਲੀ ਗੱਲ ਇਸ ਵਿੱਚ ਇਹ ਕਹੀ ਗਈ ਸੀ। ਦੂਸਰੀ ਦੇਖੋ, ਦੂਸਰੀ ਗੱਲ ਕਹੀ ਗਈ ਸੀ ਕਿ ਜਿਹੜਾ ਇੱਕ ਸੈੱਲ ਹੈ, ਜੋ ਇੱਕ ਸੈੱਲ ਹੈ ਉਹ ਅੱਗੇ ਕਿਸ ਤੋਂ ਮਿਲ ਕੇ ਬਣਿਆ ਹੈ? ਜੋ ਆਪਾਂ ਲਾਸਟ ਵਿੱਚ ਪੜਿਆ ਹੈ ਉਹ ਪ੍ਰੋਟੋਪਲਾਜ਼ਮ ਤੋਂ ਬਣਿਆ ਹੋਇਆ ਹੈ। ਠੀਕ ਹੈ, ਪ੍ਰੋਟੋਪਲਾਜ਼ਮ ਤੋਂ ਬਣਿਆ ਹੋਇਆ ਹੈ। ਪ੍ਰੋਟੋਪਲਾਜ਼ਮ ਜਿਸ ਦੇ ਵਿੱਚ ਸਾਈਟੋਪਲਾਜ਼ਮ ਤੇ ਨਿਊਕਲੀਅਸ ਪ੍ਰੈਜ਼ੈਂਟ ਹੁੰਦਾ ਹੈ। ਠੀਕ ਹੈ, ਹਰ ਸੈੱਲ ਇਹਨਾਂ ਦੋ ਚੀਜ਼ਾਂ ਤੋਂ ਮਿਲ ਕੇ ਬਣਿਆ ਹੋਇਆ ਹੈ। ਇਹ ਗੱਲ ਕਹੀ ਗਈ ਸੀ ਇਹਦੇ ਵਿੱਚ। ਠੀਕ ਹੈ ਜੀ, ਉਸ ਤੋਂ ਇਲਾਵਾ ਜੋ ਇੱਕ ਸੈੱਲ ਹੈ, ਤੀਸਰੀ ਗੱਲ ਕੀ ਕਹੀ ਸੀ ਕਿ ਜੋ ਸੈੱਲ ਹੈ ਇਸ ਦੇ ਉੱਪਰ ਇੱਕ ਪਲਾਜ਼ਮਾ ਮੈਂਬਰੇਨ ਹੋਵੇਗੀ। ਠੀਕ ਹੈ, ਪਲਾਜ਼ਮਾ ਮੈਂਬਰੇਨ ਹੋਵੇਗੀ। ਇਹ ਇੱਕ ਤਰ੍ਹਾਂ ਦੀ ਝਿੱਲੀ ਹੁੰਦੀ ਹੈ। ਠੀਕ ਹੈ ਜੀ, ਇੱਕ ਤਰ੍ਹਾਂ ਦੀ ਵਾਲ ਹੁੰਦੀ ਹੈ ਜੋ ਸੈੱਲ ਨੂੰ ਬਚਾ ਕੇ ਰੱਖਦੀ ਹੈ, ਸੈੱਲ ਨੂੰ ਫਟਣ ਤੋਂ ਬਚਾਉਂਦੀ ਹੈ, ਜੋ ਬਰਸਟ ਹੋਣ ਤੋਂ। ਤੇ ਇਹ ਸੈੱਲ ਮੈਂਬਰੇਨ ਦੇ ਉੱਤੇ ਠੀਕ ਹੈ ਸੈੱਲ ਵਾਲ ਹੋ ਵੀ ਸਕਦੀ ਹੈ, ਸੈੱਲ ਵਾਲ ਪ੍ਰੈਜ਼ੈਂਟ ਵੀ ਹੋ ਸਕਦੀ ਹੈ ਤੇ ਸੈੱਲ ਵਾਲ ਐਬਸੈਂਟ ਵੀ ਹੋ ਸਕਦੀ ਹੈ। ਇਹ ਜ਼ਰੂਰੀ ਨਹੀਂ ਕਿ ਹਰ ਇੱਕ ਸੈੱਲ ਦੇ ਵਿੱਚ ਸੈੱਲ ਵਾਲ ਹੋਵੇ, ਪਰ ਇਹ ਜ਼ਰੂਰੀ ਹੈ ਕਿ ਹਰ ਸੈੱਲ ਦੇ ਵਿੱਚ ਪਲਾਜ਼ਮਾ ਮੈਂਬਰੇਨ ਜ਼ਰੂਰ ਹੋਵੇਗੀ। ਇਹ ਤੀਜੀ ਗੱਲ ਕਹੀ ਗਈ ਸੀਗੀ। ਠੀਕ ਹੈ ਜੀ, ਤੇ ਚੌਥੀ ਗੱਲ ਕੀ ਗਈ ਸੀ ਕਿ ਹਰ ਇੱਕ ਸੈੱਲ ਦੀ ਜੋ ਕੀ ਹੈ, ਹਰ ਇੱਕ ਸੈੱਲ ਦਾ ਕੈਮੀਕਲ ਠੀਕ ਹੈ ਤੇ ਫਿਜ਼ੀਕਲ ਸਟਰਕਚਰ ਡਿਫਰੈਂਟ ਹੋਵੇਗਾ। ਇਹ ਨਹੀਂ ਕਿ ਹਰ ਇੱਕ ਸੈੱਲ ਇੱਕੋ ਜਿਹਾ ਹੋਵੇਗਾ। ਜਿਵੇਂ ਕਿ ਆਰਬੀਸੀ ਦੇ ਵਿੱਚ ਮਾਈਟੋਕੌਂਡਰੀਆ ਤੇ ਨਿਊਕਲੀਅਸ ਪ੍ਰੈਜ਼ੈਂਟ ਹੀ ਨਹੀਂ ਹੁੰਦੇ, ਠੀਕ ਹੈ ਐਬਸੈਂਟ ਹੁੰਦੇ ਨੇ, ਪਰ ਡਬਲਯੂਬੀਸੀ ਵਿੱਚ ਹੀ ਹੁੰਦੇ ਨੇ। ਤਾਂ ਕੀ ਕਿਹਾ ਗਿਆ ਸੀ ਕਿ ਸੈੱਲ, ਹਰ ਇੱਕ ਸੈੱਲ ਦੀ ਕੈਮੀਕਲ ਤੇ ਫਿਜ਼ੀਕਲ ਜੋ ਸਟਰਕਚਰ ਹੈ ਉਹ ਅਲੱਗ-ਅਲੱਗ ਹੋਵੇਗੀ। ਇਹ ਜ਼ਰੂਰੀ ਨਹੀਂ ਕਿ ਸਾਰੇ ਸੈੱਲ ਇੱਕੋ ਜਿਹੇ ਹੋਣਗੇ। ਇਹ ਗੱਲ ਕਹੀ ਗਈ ਸੀ। ਪੰਜਵੀਂ ਗੱਲ ਜੋ ਪੰਜਵੀਂ ਵਿੱਚ ਕਿਹਾ ਗਿਆ ਸੀ, ਜੋ ਜਿੰਨੀਆਂ ਵੀ ਜੋ ਲਿਵਿੰਗ ਆਰਗੇਨਿਜ਼ਮ ਐਕਟੀਵਿਟੀਜ਼ ਕਰਦੇ ਨੇ, ਜਿੰਨੇ ਵੀ ਆਪਾਂ ਠੀਕ ਹੈ ਜੀ ਆਪਣੇ ਕੰਮਕਾਜ ਕਰ ਰਹੇ ਹਾਂ, ਉਹ ਸਾਰੇ ਕਿਸ ਦੀ ਐਗਜ਼ਾਮਪਲ ਕਿਸ ਦੇ ਤਰ੍ਹਾਂ ਹੈਲਪ ਨਾਲ ਕਰ ਰਹੇ ਹਾਂ? ਉਹ ਆਪਾਂ ਕਰ ਰਹੇ ਹਾਂ ਹੈਲਪ ਸੈੱਲ ਦੇ ਨਾਲ। ਠੀਕ ਹੈ, ਅਗਰ ਉਹ ਸੈੱਲ ਤੇ ਸੈੱਲ ਦੇ ਦੁਆਰਾ ਜੋ ਹੋਰ ਪ੍ਰੋਡਕਟ ਬਣੇ ਨੇ ਬੋਡੀ ਦੇ ਵਿੱਚ, ਉਹਨਾਂ ਦੀ ਸਾਰਿਆਂ ਦੀ ਹੈਲਪ ਦੇ ਨਾਲ ਇਹ ਐਕਟੀਵਿਟੀਜ਼ ਹੀ ਹੁੰਦੀਆਂ ਨੇ ਜੋ ਸਾਰੀਆਂ ਲਿਵਿੰਗ ਆਰਗੇਨਿਜ਼ਮ ਦੇ ਵਿੱਚ ਹੁੰਦੀਆਂ ਨੇ। ਇਹ ਸੀ ਸਾਰੀ ਸੈੱਲ ਥਿਊਰੀ। ਤੇ ਕਿਸ ਨੇ ਦਿੱਤੀ ਸੀ? ਸਕਲੈਡਨ ਐਂਡ ਸਵਾਨਨ ਨੇ ਇਹ ਸੈੱਲ ਥਿਊਰੀ ਦਿੱਤੀ ਸੀ। ਤੇ ਇਹ ਕਦੋਂ ਦਿੱਤੀ ਗਈ ਸੀ? ਇਹ ਦਿੱਤੀ ਗਈ ਸੀ 1839 ਦੇ ਵਿੱਚ। ਠੀਕ ਹੈ, 1839 ਦੇ ਵਿੱਚ ਇਹ ਸੈੱਲ ਥਿਊਰੀ ਦਿੱਤੀ ਗਈ ਸੀ। ਠੀਕ ਹੈ, ਉਸ ਤੋਂ ਬਾਅਦ ਕੁਝ ਹੋਰ ਥਿਊਰੀਜ਼ ਨੇ ਪਰ ਉਹ ਆਪਾਂ ਨੂੰ ਪੜ੍ਹਨ ਦੀ ਇੰਨੀ ਜ਼ਰੂਰਤ ਨਹੀਂ। ਇਹਨਾਂ ਵਿੱਚ ਸਭ ਤੋਂ ਇੰਪੋਰਟੈਂਟ ਹੈ ਇੱਕ ਪ੍ਰੋਟੋਪਲਾਜ਼ਮਿਕ ਥਿਊਰੀ। ਪ੍ਰੋਟੋਪਲਾਜ਼ਮਿਕ ਥਿਊਰੀ ਠੀਕ ਹੈ, ਪ੍ਰੋਟੋਪਲਾਜ਼ਮਿਕ ਥਿਊਰੀ ਆ ਜਾਂਦਾ ਹੈ ਕਿ ਕਦੋਂ ਦਿੱਤੀ ਗਈ ਸੀ? ਇਹ ਦਿੱਤੀ ਗਈ ਸੀ 1861 ਦੇ ਵਿੱਚ। ਤੇ ਇਹ ਦਿੱਤੀ ਸੀਗੀ ਮੈਕਸ ਠੀਕ ਹੈ ਮੈਕਸ ਸਕੂਟਜੇ ਨੇ। ਮੈਕਸ ਸਕੂਟਜੇ ਨੇ ਇਹ ਥਿਊਰੀ ਦਿੱਤੀ ਸੀ, ਪ੍ਰੋਟੋਪਲਾਜ਼ਮਿਕ ਥਿਊਰੀ ਦਿੱਤੀ ਸੀ। ਠੀਕ ਹੈ, ਇਹ ਆਪਾਂ ਨੇ ਯਾਦ ਰੱਖਣਾ। ਨੈਕਸਟ ਤੋ ਇਹ ਪੇਪਰ ਪੁਆਇੰਟ ਆਫ ਵਿਊ ਤੇ ਬਹੁਤ ਇੰਪੋਰਟੈਂਟ ਨੇ। ਤਾਂ ਜੋ ਧਰਤੀ ਉੱਤੇ ਮਿਲਣ ਵਾਲਾ ਸਭ ਤੋਂ ਵੱਡਾ ਸੈੱਲ ਕਿਹੜਾ ਹੈ? ਠੀਕ ਹੈ, ਸ਼ੁਤਰਮੁਰਗ ਦੇ ਆਂਡੇ ਦਾ ਜੋ ਸੈੱਲ ਹੈ, ਜੋ ਸ਼ੁਤਰਮੁਰਗ ਦਾ ਆਂਡਾ ਹੈ ਆਸਟ੍ਰਿਚ ਐਗ, ਉਹ ਧਰਤੀ ਤੇ ਮਿਲਣ ਵਾਲਾ ਸਭ ਤੋਂ ਵੱਡਾ ਐਗ ਹੈ। ਠੀਕ ਹੈ, ਇਸ ਦੇ ਜੋ ਸਾਈਜ਼ ਹੈ 1.1 ਗੁਣਾ 10 ਦੀ ਪਾਵਰ 15 ਕਿਊਬਿਕ mm ਹੈ। ਠੀਕ ਹੈ, ਕਿਊਬਿਕ mm ਇਸ ਦਾ ਸਾਈਜ਼ ਹੈ। 1.1 ਗੁਣਾ 10 ਦੀ ਪਾਵਰ 15 ਕਿਊਬਿਕ mm ਸ਼ੁਤਰਮੁਰਗ ਦੇ ਆਂਡੇ ਦਾ ਸਾਈਜ਼ ਹੈ। ਠੀਕ ਹੈ, ਤੇ ਧਰਤੀ ਉੱਤੇ ਮਿਲਣ ਵਾਲਾ ਸਭ ਤੋਂ ਵੱਡਾ ਸੈੱਲ ਕਿਹੜਾ ਹੈ? ਉਹ ਆਸਟ੍ਰਿਚ ਦਾ ਐਗ ਹੈ। ਆਸਟ੍ਰਿਚ ਐਗ ਜਾਂ ਆਪਾਂ ਕਹਿ ਸਕਦੇ ਹਾਂ ਸ਼ੁਤਰਮੁਰਗ ਦਾ ਅੰਡਾ। ਠੀਕ ਹੈ, ਇਸੇ ਤਰ੍ਹਾਂ ਆਉਂਦਾ ਹੈ ਕਿ ਧਰਤੀ ਤੇ ਮਿਲਣ ਵਾਲਾ ਸਭ ਤੋਂ ਛੋਟਾ ਸੈੱਲ ਕਿਹੜਾ ਹੈ? ਉਹ ਹੈ ਮਾਈਕੋਪਲਾਜ਼ਮਾ ਗੈਲੀਸੈਪਟਮ। ਠੀਕ ਹੈ, ਮਾਈਕੋਪਲਾਜ਼ਮਾ ਗੈਲੀਸੈਪਟਮ ਇਹ ਸਭ ਤੋਂ ਛੋਟਾ ਸੈੱਲ ਹੈ ਜੋ ਧਰਤੀ ਉੱਤੇ ਮਿਲਦਾ ਹੈ। ਤੇ ਇਹ ਇੱਕ ਤਰ੍ਹਾਂ ਦਾ ਬੈਕਟੀਰੀਆ ਹੈ। ਕਈ ਵਾਰ ਇਸ ਦਾ ਨਾਮ ਨਾ ਦੇ ਕੇ ਉਹ ਕੀ ਪਾ ਦਿੰਦੇ ਨੇ ਕਿ ਸਭ ਤੋਂ ਛੋਟਾ ਸੈੱਲ ਮਿਲਣ ਵਾਲਾ ਉਹ ਕੀ ਹੈ? ਵਾਇਰਸ, ਬੈਕਟੀਰੀਆ, ਠੀਕ ਹੈ, ਫੰਗਸ ਜਾਂ ਕੁਝ ਹੋਰ। ਤਾਂ ਉਹ ਕੀ ਹੈ? ਬੈਕਟੀਰੀਆ ਹੈ ਜੋ ਸਭ ਤੋਂ ਛੋਟਾ ਸੈੱਲ ਹੈ। ਤੇ ਇਸ ਦਾ ਸਾਈਜ਼ ਜੋ ਹੈ ਉਹ 0.1 ਤੋਂ ਲੈ ਕੇ 0.3 ਠੀਕ ਹੈ ਕਿਊਬਿਕ mm ਦੇ ਵਿੱਚ ਹੈ। ਠੀਕ ਹੈ, ਇਹ ਆਪਾਂ ਯਾਦ ਰੱਖਣਾ ਹੈ। ਤੇ ਉਸ ਤੋਂ ਬਾਅਦ ਠੀਕ ਹੈ, ਹਿਊਮਨ ਬੋਡੀ ਦੇ ਵਿੱਚ ਮਨੁੱਖੀ ਸਰੀਰ ਵਿੱਚ ਸਭ ਤੋਂ ਲੰਬਾ ਸੈੱਲ ਕਿਹੜਾ ਹੈ? ਉਹ ਹੈ ਨਰਵ ਸੈੱਲ, ਨਿਊਰੋਨ। ਠੀਕ ਹੈ, ਨਰਵ ਸੈੱਲ ਸਭ ਤੋਂ ਲੰਬਾ ਸੈੱਲ ਹੈ। ਇਸ ਦੀ ਜੋ ਲੰਬਾਈ ਹੈ ਇਹ 90 ਸੈਂਟੀਮੀਟਰ ਤੱਕ ਹੋ ਸਕਦੀ ਹੈ।
ठीक है। इसकी लंबाई जो कि है वो 90 सेंटीमीटर तक की हो सकती है नर्व सैल की। ये याद रखना कि सब तो लंबा सैल किहड़ा है ह्यूमन का, वो है नर्व सैल, ठीक है जी। नैक्सट ते सब तो छोटा सैल किहड़ा है, सब तो छोटा सैल है किडनी, ठीक है। किडनी का सैल सब तो छोटा सैल है ह्यूमन बॉडी के विच, ठीक है। कई बार आ जाता कि किडनी की जो फंक्शनल यूनिट है, किडनी की फंक्शनल यूनिट किहड़ी है, वो है नैफ्रॉन, ठीक है। नैफ्रॉन जो है वो किडनी की फंक्शनल यूनिट है, ये तुसीं याद रखना है, ठीक है। इसनूं नोट कर लेना कि किडनी की फंक्शनल यूनिट किहड़ी है, वो है नैफ्रॉन। नैक्सट, ठीक। तो धरती उत्ते सब तो लार्जेस्ट यूनीसैलुलर एनीमल किहड़ा है। देखो दो तरह के जानवर होंगे, देखो एक होंदा यूनीसैलुलर जो कि एक सैल तो मिलकर बनया होंदा है, ठीक है, एक सैल तो बनया, एक होंदा है मल्टी सैलुलर, ठीक है, जो एक तो ज़्यादा सैलों में मिलकर बनया होंदा है। जो बैक्टीरिया वायरसिस वगैरह ने, वायरस हो गया, बैक्टीरिया हो गया, ये सारे, ठीक है। उस तो इलावा अमीबा हो गया, ये सारे की ने, सारे यूनीसैलुलर ने। मल्टी सैलुलर किहड़े ने, जो अपनी तरह हो गए, मैमल्स हो गए, ठीक है जी, मैमल्स हो गए, पेड़ हो गए, प्लांट्स पौधे हो गए, ठीक है, रेप्टाइल्स हो गए, जो आप मगरमच्छ वगैरह देखते हैं, रेप्टाइल्स, ये सारे जो होर एग्जाम्पल बर्ड्स हो गए, ठीक है जी, पंछी वगैरह, ये सारे किस तो मिलकर बने ने, मल्टी सैलुलर ने। पर जो वायरस बैक्टीरिया अमीबा टाइप ने, ये सारे की ने, यह यूनीसैलुलर ने, ठीक है। तो धरती उत्ते मिलने वाला सब तो बड़ा यूनीसैलुलर एनीमल किहड़ा है, वो सब तो बड़ा किहड़ा है, अमीबा। तो पूछे जब सब तो छोटा किहड़ा है, वो हैगा है, वो बैक्टीरिया है, ठीक है। सब तो छोटा किहड़ा है, वो बैक्टीरिया है, ये अपने याद रखना है, ठीक है। नैक्सट देखो, विच सैल ऑर्गेनेली इज नाउन एज ब्रेन ऑफ द सैल, ठीक है। सैल का दिमाग किसनों कहा जाता है, वो कहा जाता है न्यूक्लियस। ये किसने इसनों डिस्कवर किया, इसनों डिस्कवर किया रॉबर्ट ब्राउन ने, ठीक है। रॉबर्ट ब्राउन ने इसनों डिस्कवर किया फस्ट टाइम, ठीक है। ये आपने याद रखना है, रॉबर्ट ब्राउन ने इसनों पहली बार डिस्कवर किया, ठीक है। एक क्वेश्चन मोस्ट इंपोर्टेंट है क्योंकि ये आ जाता होंदा है, ठीक है। किसने डिस्कवर किया न्यूक्लियस नूं, ये किया रॉबर्ट ब्राउन ने। रॉबर्ट ब्राउन ने इसनों डिस्कवर किया, ठीक है जी। नैक्सट देखो, अगे आता है कि डैश इज ए थिंक फिल्म लाइक मैम्ब्रेन इन विच सैल्स आर इनक्लोज्ड, ठीक है। वो एक तरह की फिल्म लाइक मैम्ब्रेन किहड़ी है जिस दे विच सैल बंद हुंदे ने, वो कौन है, किहड़ी है, वो है सैल मैम्ब्रेन, सैल की झिल्ली, ठीक है। सैल झिल्ली एक पतली जी परत है जिस विच सैल बंद हुंदे हैं। देखो सैल दे विच बहुत कुछ पाया जाता है, जिवें कि न्यूक्लियस हो गया, माइटोकॉन्ड्रिया, राइबोसोम्स वगैरह, ये अलग अलग सैल ऑर्गेनेलिज ने जो एक सैल दे विच बंद हुंदियां ने, ते उन्हां तो मिलकर ही एक सैल बनता है, ठीक है। तो सारियां जो इस तरह दी सैल ऑर्गेनेलिज ने, ये किस एक तरह की फिल्म दे विच, एक तरह की पतली परत दे विच कैद हुंदियां ने, ठीक है। उस परत नूं की कहा जाता है, उसनूं कहा जाता है सैल मैम्ब्रेन कहा जाता है। जो सैल मैम्ब्रेन नूं पहली बार डिस्कवर किया वो किया सवान ने, ठीक है। सवान ने इसनूं पहली बार डिस्कवर किया 1838 दे विच, ठीक है। 1838 दे विच सैल मैम्ब्रेन डिस्कवर किया गया सी सवान वालों, ठीक है जी। ये तुसीं याद रखना है। तो देखो एक क्वेश्चन आता है कि सैल मैम्ब्रेन का नेचर किहो जिहा है, तो यह सैमी परमीएबल हुंदी है नेचर दे विच, सैमी परमीएबल हुंदी है इन नेचर। सैमी परमीएबल का की मतलब हुंदा है, मतलब कि यह एक तरह की ऐसी परत है जिस दे विचों इस एवें नहीं कि हर कोई भी आके मटीरियल पास हो जू, नहीं, इस विचों यह जिसनूं चाहूगी उही ही पास होगा, जिसनूं यह अलो करूगी उही, ठीक है, मटीरियल पास हो। तो सैमी परमेएबल जो मैम्ब्रेन है उसकी, ठीक है जी, सब तो वधिया एग्जाम्पल की है हम साडी स्किन, ठीक है। जो इंसानी जो स्किन है अपनी, ठीक है, चमड़ी है, वो सब तो अच्छी एग्जाम्पल है जो सैमी परमेएबल समझाने के बारे। क्योंकि देखो स्किन के नीचे की होंदा है, ब्लड भी होंदा है, कितने सारे मिनरल्स वगैरह ने, पर स्किन की है सैमी परमेएबल है फॉर किस लिए, पानी दे लिए, ठीक है। इस दे विचों वाटर पास हो जाता है और कुछ भी पास नहीं होता, वाटर पास होता है। वाटर के नाल जो सोडियम आयन वगैरह ने वो पास होंगे ने। देखो जो अपना पसीना आता है तो अपना पसीना की होंदा है, नमकीन होंदा है अपना पसीना, कादे लिए, क्योंकि अपनी स्किन के विचों जो अपना अंदरला पानी है वो बाहर निकलता है, उस दे नाल जो एक्सैस के विच सोडियम वगैरह होंदा है वो बाहर निकलता है, ठीक है जी, अपनी बॉडी का टैंपरेचर रेगूलेट करने के लिए। हमारी साडी स्किन है जो वो भी एक सैमी परमेएबल मैम्ब्रेन का ही काम करती है, जो कि किस दे लिए सैमी परमेएबल है, पानी के लिए, उस दे नाल सोडियम आयन बाहर निकलते। तो तुहानूं समझ आ गया कि सैमी परमेएबल की है। सैमी परमेएबल वो एक तरह की, ठीक है, परत है जिहड़ी कि हर एक जो मटीरियल है उसनूं अलो ना करके सिर्फ उन्होंने ही मटीरियल्स नूं अलो करे पास होने लिए, जो कि या तो सैल के लिए वधिया ने, सैल लिए हानिकारक नहीं है। जो हानिकारक बैक्टीरिया वगैरह सैल पर हमला करते हैं उन्होंने यह रोकने का काम करती है, ठीक है। ये तुसीं याद रखना है। नैक्सट आता है कि सैल वॉल इज प्रेजेंट इन, सैल वॉल किहड़े सैल्स दे विच प्रेजेंट हुंदी है, तो सैल वॉल जो है वो पौधों के प्रेजेंट हुंदी है, ठीक है। पौधों के प्रेजेंट हुंदी है सैल वॉल, तो यह एनीमल्स के एबसेंट होंगी है। मोस्ट इंपोर्टेंट क्वेश्चन, तो क्वेश्चन होता है कि सैल वॉल इज एबसेंट इन,
ਇਜ਼ ਐਬਸੈਂਟ ਇਨ, ਕਿਸ ਦੇ ਵਿੱਚ ਐਬਸੈਂਟ ਹੁੰਦੀ ਹੈ? ਤਾਂ ਇਹ ਐਨੀਮਲਸ ਦੇ ਵਿੱਚ ਐਬਸੈਂਟ ਹੁੰਦੀ ਹੈ, ਠੀਕ ਹੈ। ਜਾਨਵਰਾਂ ਦੇ ਵਿੱਚ ਇਹ ਐਬਸੈਂਟ ਹੁੰਦੀ ਹੈ, ਇਹ ਪ੍ਰੈਜ਼ੈਂਟ ਨਹੀਂ ਹੁੰਦੀ, ਠੀਕ ਹੈ। ਤੇ ਪਲਾਂਟਸ ਦੇ ਵਿੱਚ ਇਹ ਪ੍ਰੈਜ਼ੈਂਟ ਹੁੰਦੀ ਹੈ। ਤੇ ਇਸ ਨੂੰ ਵੀ ਪਹਿਲੀ ਵਾਰ ਕਿਸ ਨੇ ਲੱਭਿਆ ਸੀ? ਜੋ ਸੈੱਲ ਵਾਲ ਹੈ ਇਸ ਨੂੰ ਵੀ ਰੋਬਰਟ ਹਿਊਕ ਨੇ ਹੀ ਲੱਭਿਆ ਸੀ, ਕਿਉਂਕਿ ਇਸਨੇ ਜੋ ਪਹਿਲਾ ਸੈੱਲ ਲੱਭਿਆ ਸੀ ਉਹ ਐਕਚੁਅਲੀ ਦੇ ਵਿੱਚ ਸੈੱਲ ਨਹੀਂ ਸੀ, ਉਹ ਇੱਕ ਸੈੱਲ ਵਾਲ ਸੀ। ਇਹ ਆਪਾਂ ਨੇ ਯਾਦ ਰੱਖਣਾ ਹੈ, ਠੀਕ ਹੈ ਜੀ। ਤਾਂ ਕੁਐਸਚਨ ਆਉਂਦਾ ਹੈ ਕਿ ਜੋ ਅਲੱਗ-ਅਲੱਗ ਬੈਕਟੀਰੀਆ ਵਗੈਰਾ ਹੋ ਗਏ, ਇਹਨਾਂ ਵਿੱਚ ਜੋ ਸੈੱਲ ਵਾਲ ਹੈ ਉਹ ਕਿਸ ਤਰ੍ਹਾਂ ਦੀ ਬਣੀ ਹੁੰਦੀ ਹੈ? ਦੇਖੋ, ਜੋ ਫੰਗਸ ਹੈ, ਫੰਗਸ ਦੇ ਵਿੱਚ ਜੋ ਸੈੱਲ ਵਾਲ ਹੈ ਉਹ ਬਣੀ ਹੁੰਦੀ ਹੈ ਚਿਟਿਨ ਦੀ, ਠੀਕ ਹੈ। ਇਹ ਯਾਦ ਰੱਖਣਾ, ਚਿਟਿਨ ਦੀ ਬਣੀ ਹੁੰਦੀ ਹੈ ਸੈੱਲ ਵਾਲ, ਠੀਕ ਹੈ। ਜੋ ਪਲਾਂਟਸ ਨੇ, ਪਲਾਂਟਸ ਦੇ ਵਿੱਚ ਜੋ ਸੈੱਲ ਵਾਲ ਹੈ ਉਹ ਸੈਲੂਲੋਸ ਦੀ ਬਣੀ ਹੁੰਦੀ ਹੈ, ਠੀਕ ਹੈ। ਉਹ ਸੈਲੂਲੋਸ ਦੀ ਬਣੀ ਹੁੰਦੀ ਹੈ। ਉਸ ਤੋਂ ਇਲਾਵਾ ਜੋ ਬੈਕਟੀਰੀਆ ਵਗੈਰਾ ਨੇ ਉਹਨਾਂ ਵਿੱਚ ਜੋ ਸੈੱਲ ਵਾਲ ਹੈ ਉਹ ਬਣੀ ਹੁੰਦੀ ਹੈ ਪੈਪਟਿਡੋਗਲਾਈਕਨ ਦੀ, ਠੀਕ ਹੈ। ਪੈਪਟਿਡੋਗਲਾਈਕਨ ਦੀ ਇਹ ਬਣੀ ਹੁੰਦੀ ਹੈ ਸੈੱਲ ਵਾਲ, ਇਹ ਆਪਾਂ ਨੇ ਯਾਦ ਰੱਖਣਾ ਹੈ, ਠੀਕ ਹੈ। ਤੇ ਸੈੱਲ ਵਾਲ ਦਾ ਵੀ ਜੋ ਨੇਚਰ ਹੈ ਉਹ ਵੀ ਸੈਮੀ ਪਰਮੇਬਲ ਹੈ, ਠੀਕ ਹੈ। ਸੈਮੀ ਪਰਮੇਬਲ ਹੈ, ਠੀਕ ਹੈ, ਇਹ ਨੇਚਰ। ਤੇ ਸੈੱਲ ਵਾਲ ਦਾ ਕੀ ਕੰਮ ਹੈ? ਸੈੱਲ ਵਾਲ ਦਾ ਮੇਨ ਕੰਮ ਕੀ ਹੈ? ਇਹ ਸਟਰੈਂਥ ਪ੍ਰੋਵਾਈਡ ਕਰਵਾਉਂਦੀ ਹੈ, ਠੀਕ ਹੈ, ਜੋ ਤਾਕਤ ਪ੍ਰੋਵਾਈਡ ਕਰਵਾਉਂਦੀ ਹੈ ਇੱਕ ਸੈੱਲ ਨੂੰ, ਤਾਂ ਕਿ ਇੱਕ ਸੈੱਲ ਜੋ ਅਨਕੰਡੀਸ਼ਨਲ, ਜੋ ਅਨਫੇਵਰੇਬਲ ਕੰਡੀਸ਼ਨਸ ਨੇ, ਠੀਕ ਹੈ, ਜੋ ਸੈੱਲ ਤੋਂ ਦੇ ਲਾਇਕ ਨਹੀਂ ਹੈਗੀਆਂ ਕੰਡੀਸ਼ਨਾਂ, ਉਹਨਾਂ ਦੇ ਵਿੱਚ ਸੈੱਲ ਬਰਸਟ ਨਾ ਹੋ ਜੇ, ਠੀਕ ਹੈ, ਫਟ ਨਾ ਜਾਵੇ ਸੈੱਲ। ਤਾਂ ਇਸ ਬਰਸਟ ਤੋਂ ਰੋਕਣ ਦੇ ਲਈ, ਸੈੱਲ ਫਟਣ ਤੋਂ ਰੋਕਣ ਦੇ ਲਈ ਜੋ ਸੈੱਲ ਦੀ ਹੈਲਪ ਕਰਦੀ ਹੈ, ਸੈੱਲ ਨੂੰ ਬਚਾਉਂਦੀ ਹੈ, ਉਹ ਕੌਣ ਹੈ? ਉਹ ਸੈੱਲ ਵਾਲ ਹੈ, ਠੀਕ ਹੈ ਜੀ। ਇਹ ਆਪਾਂ ਨੇ ਯਾਦ ਰੱਖਣਾ ਹੈ। ਨੈਕਸਟ ਆਉਂਦਾ ਹੈ ਹਾਊ ਮੈਨੀ ਕ੍ਰੋਮੋਸੋਮਸ ਪ੍ਰੈਜ਼ੈਂਟ ਇਨ ਹਿਊਮਨ ਬੋਡੀ। ਹਿਊਮਨ ਬੋਡੀ ਦੇ ਵਿੱਚ ਕਿੰਨੇ ਕ੍ਰੋਮੋਸੋਮ ਪ੍ਰੈਜ਼ੈਂਟ ਹੁੰਦੇ ਨੇ? ਹਿਊਮਨ ਬੋਡੀ ਦੇ ਵਿੱਚ 46 ਕ੍ਰੋਮੋਸੋਮ ਪ੍ਰੈਜ਼ੈਂਟ ਹੁੰਦੇ ਨੇ। ਦੇਖੋ, ਇੱਕ ਟੋਟਲ ਨੰਬਰ ਆਫ ਕ੍ਰੋਮੋਸੋਮ ਨੇ ਜਿਹੜੇ ਹਿਊਮਨ ਬੋਡੀ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ। ਅਗਰ ਤੁਹਾਨੂੰ ਪੁੱਛਿਆ ਜਾਵੇ ਕਿੰਨੇ ਪੇਅਰ ਪ੍ਰੈਜ਼ੈਂਟ ਹੁੰਦੇ ਨੇ ਤਾਂ 23 ਪੇਅਰ ਪ੍ਰੈਜ਼ੈਂਟ ਹੁੰਦੇ ਨੇ, ਠੀਕ ਹੈ। 23 ਪੇਅਰ ਪ੍ਰੈਜ਼ੈਂਟ ਹੁੰਦੇ ਨੇ ਤੇ ਟੋਟਲ ਕਿੰਨੇ ਹੁੰਦੇ ਨੇ? 46 ਕ੍ਰੋਮੋਸੋਮ ਹੁੰਦੇ ਨੇ। ਇਹਨਾਂ ਵਿੱਚ ਜੋ 22 ਪੇਅਰ ਹੁੰਦੇ ਨੇ ਉਹ ਹੁੰਦੇ ਨੇ ਸੋਮੈਟਿਕ ਸੈਲਸ, ਠੀਕ ਹੈ। ਉਹ ਹੁੰਦੇ ਨੇ ਸੋਮੈਟਿਕ ਸੈਲਸ। ਤੇ ਜੋ ਇੱਕ ਪੇਅਰ ਹੁੰਦਾ ਹੈ ਉਹ ਹੁੰਦਾ ਹੈ ਸੈਕਸ ਸੈੱਲ ਦਾ, ਠੀਕ ਹੈ, ਉਹ ਹੁੰਦਾ ਹੈ ਸੈਕਸ ਸੈੱਲ ਦਾ। ਤਾਂ ਪੁੱਛਿਆ ਜਾਂਦਾ ਕਿ ਸੋਮੈਟਿਕ ਸੈੱਲ ਦੇ ਜੋ ਹਾਰਮੋਨ ਉਸ ਦਾ ਨੇਚਰ ਕੀ ਹੁੰਦਾ ਹੈ? ਇਹ ਡੈਪਲੋਇਡ ਹੁੰਦੇ ਨੇ, ਠੀਕ ਹੈ, ਯਾਨੀ ਕਿ ਪੇਅਰ ਦੇ ਵਿੱਚ ਹੁੰਦੇ ਨੇ। ਤੇ ਜੋ ਸੈਕਸ ਹੁੰਦੇ ਨੇ, ਸੈਕਸ ਸੈੱਲ ਹੁੰਦੇ ਨੇ, ਉਹ ਹੁੰਦੇ ਨੇ ਹੈਪਲੋਇਡ, ਠੀਕ ਹੈ ਜੀ। ਤਾਂ ਪੰਜਾਬੀ ਵਿੱਚ ਅਗਰ ਯਾਦ ਰੱਖਣਾ ਤਾਂ ਜਿਹੜੇ ਸੋਮੈਟਿਕ ਸੈੱਲ ਨੇ ਉਹ ਹੁੰਦੇ ਨੇ ਜੋਟੇ ਦੀ ਫਾਰਮ 'ਚ, ਤੇ ਜੋ ਸੈਕਸ ਸੈੱਲ ਹੈ ਉਹ ਕਿਹਦੇ 'ਚ ਹੁੰਦਾ? ਉਹ ਕਲੀ ਦੀ ਫਾਰਮ ਦੇ ਵਿੱਚ ਹੁੰਦਾ ਹੈ। ਤਾਂ ਹੁਣ ਕੁਐਸਚਨ ਆਉਂਦਾ ਹੈ ਕਿ ਸੋਮੈਟਿਕ ਸੈੱਲ ਕੀ ਹੁੰਦੇ ਨੇ, ਠੀਕ ਹੈ। ਸੋਮੈਟਿਕ ਸੈੱਲ ਕੀ ਹੁੰਦੇ ਨੇ? ਤੇ ਸਪਰਮ ਸੈੱਲ, ਜੋ ਆਪਾਂ ਕਹਿੰਦੇ ਨੇ ਸੈਕਸ ਸੈੱਲ, ਜੋ ਸੈਕਸ ਸੈੱਲ ਨੇ ਉਹ ਕਿਹੜੇ ਹੁੰਦੇ ਨੇ, ਠੀਕ ਹੈ ਜੀ। ਦੇਖੋ, ਜੋ ਸਪਰਮ ਤੇ ਓਵਾ, ਠੀਕ ਹੈ, ਜੋ ਸਪਰਮ ਐਂਡ ਓਵਾ ਨੂੰ ਛੱਡ ਕੇ ਜਿੰਨੇ ਵੀ ਹੋਰ ਬਾਕੀ ਦੇ ਸੈੱਲ ਨੇ ਜੋ ਹਿਊਮਨ ਬੋਡੀ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ ਉਹ ਸਾਰੇ ਕੀ ਨੇ? ਉਹ ਸੋਮੈਟਿਕ ਸੈੱਲ ਨੇ। ਸਿਰਫ ਸਪਰਮ ਤੇ ਓਵਾ ਇਹ ਦੋਨੇ ਕਿਹੜੇ ਨੇ? ਇਹ ਸੈਕਸ ਸੈੱਲ ਨੇਗੇ, ਠੀਕ ਹੈ ਜੀ। ਦੇਖੋ, ਇਹ ਕਿਵੇਂ? ਹੁਣ ਆਪਣੇ ਜੋ ਵੀ ਇਨਸਾਨ ਹੈ ਉਸਦੇ ਵਿੱਚ 23 ਜੋ ਕ੍ਰੋਮੋਸੋਮ ਆਉਂਦੇ ਨੇ ਉਹ ਆਉਂਦੇ ਨੇ ਉਸਦੀ ਮਦਰ ਕੋਲੋਂ, ਫੀਮੇਲ ਕੋਲੋਂ, ਤੇ 23 ਕ੍ਰੋਮੋਸੋਮ ਆਉਂਦੇ ਨੇ ਉਸਦੇ ਫਾਦਰ ਕੋਲੋਂ, ਮੇਲ ਕੋਲੋਂ, ਠੀਕ ਹੈ। ਉਸਦੇ ਵਿੱਚ ਜੋ 22 ਨੇ ਉਹ ਸੋਮੈਟਿਕ ਸੈੱਲ ਹੁੰਦੇ ਨੇ ਤੇ ਇੱਕ ਸੈਕਸ ਸੈੱਲ, ਉਹ ਇਸ ਤਰ੍ਹਾਂ ਹੀ ਮੇਲ ਦੇ ਵਿੱਚ, ਤੇ ਆ ਕੇ ਮਿਲ ਕੇ ਕੀ ਬਣਦੇ ਨੇ? 46 ਕ੍ਰੋਮੋਸੋਮ ਬਣਦੇ ਨੇ ਤੇ 23 ਪੇਅਰ ਬਣਦੇ ਨੇ। ਦੇਖੋ, ਜੋ ਆਪਣੇ ਕਿਸੇ ਵੀ ਲੇਡੀਜ਼ ਨੇ ਬਰਥ ਦੇਣਾ ਹੈ, ਚਾਹੇ ਕਿ ਬੁਆਏ ਨੂੰ ਜਾਂ ਗਰਲ ਨੂੰ, ਇਹ ਕਿਸ ਤੇ ਡਿਪੈਂਡ ਕਰਦਾ ਹੈ? ਇਹ ਫੀਮੇਲ ਤੇ ਡਿਪੈਂਡ ਨਹੀਂ ਕਰਦਾ। ਦੇਖੋ, ਇਹ ਫੀਮੇਲ ਤੇ ਨਹੀਂ ਡਿਪੈਂਡ ਕਰਦਾ, ਇਹ ਡਿਪੈਂਡ ਕਰਦਾ ਹੈ ਮੇਲ ਤੇ। ਤੇ ਕਿਉਂ ਡਿਪੈਂਡ ਕਰਦਾ ਇਹ ਮੈਂ ਤੁਹਾਨੂੰ ਦੱਸਦਾ। ਦੇਖੋ, ਫੀਮੇਲ ਵਿੱਚ ਹੁੰਦੇ ਨੇ 2 ਤਰ੍ਹਾਂ ਦੇ ਕ੍ਰੋਮੋਸੋਮ, XX, ਠੀਕ ਹੈ, ਤੇ ਮੇਲ ਵਿੱਚ ਹੁੰਦੇ ਨੇ 2 ਡਿਫਰੈਂਟ ਤਰ੍ਹਾਂ ਦੇ, X ਤੇ Y। ਦੇਖੋ, ਅਗਰ ਹੁਣ ਫੀਮੇਲ ਦਾ X ਤੇ ਮੇਲ ਦਾ X, ਅਗਰ ਫੀਮੇਲ ਦਾ X ਤੇ ਮੇਲ ਦਾ X ਯੂਨਾਈਟ ਹੁੰਦੇ ਨੇ, ਫਿਊਜ਼ ਹੁੰਦੇ ਨੇ, ਤਾਂ ਜੋ ਬਰਥ ਹੋਊਗਾ ਉਹ ਹੋਊਗਾ ਇੱਕ ਗਰਲ ਚਾਈਲਡ ਦਾ। ਅਗਰ ਮੇਲ ਦਾ, ਠੀਕ ਹੈ, Y ਤੇ ਫੀਮੇਲ ਦਾ X ਕੰਬਾਈਨ ਹੁੰਦੇ ਨੇ ਤਾਂ ਜੋ ਜਨਮ ਹੋਊਗਾ ਉਹ ਕਿਸ ਦਾ ਹੋਊਗਾ? ਉਹ ਹੋਊਗਾ ਬੁਆਏ ਦਾ। ਤਾਂ ਜੋ, ਠੀਕ ਹੈ ਜੀ, ਬੱਚਾ ਲੜਕੀ ਪੈਦਾ ਹੋਏਗੀ ਜਾਂ ਲੜਕਾ, ਉਹ ਕਿਸ ਤੇ ਡਿਪੈਂਡ ਕਰਦਾ ਹੈ? ਉਹ ਡਿਪੈਂਡ ਕਰਦਾ ਹੈ ਉਸਦੇ ਫਾਦਰ ਦੇ ਉੱਤੇ। ਇਹ ਆਪਾਂ ਨੇ ਚੀਜ਼ਾਂ ਯਾਦ ਰੱਖਣੀਆਂ ਨੇ। ਇਸ ਤੋਂ ਇਲਾਵਾ ਆ ਜਾਂਦਾ ਹੈ ਕਿ ਕ੍ਰੋਮੋਸੋਮ ਨੂੰ ਕਿਸ ਨੇ ਪਹਿਲੀ ਵਾਰ ਡਿਸਕਵਰ ਕੀਤਾ ਸੀ? ਉਹ ਕੀਤਾ ਸੀਗਾ ਵਾਲਡੇਅਰ ਨੇ, ਠੀਕ ਹੈ। ਵਾਲਡੇਅਰ ਨੇ ਇਸ ਨੂੰ ਪਹਿਲੀ ਵਾਰ ਡਿਸਕਵਰ ਕੀਤਾ ਸੀ ਕ੍ਰੋਮੋਸੋਮ ਨੂੰ, ਠੀਕ ਹੈ ਜੀ। ਇਹ ਆਪਾਂ ਨੇ ਯਾਦ ਰੱਖਣਾ ਹੈ। ਤੇ ਸਭ ਤੋਂ ਇੰਪੋਰਟੈਂਟ ਕੁਐਸਚਨ ਇਹ ਹੈ ਕਿ ਹਿਊਮਨ ਬੋਡੀ ਵਿੱਚ ਕਿੰਨੇ ਕ੍ਰੋਮੋਸੋਮ ਹੁੰਦੇ ਨੇ? ਉਹ 46 ਕ੍ਰੋਮੋਸੋਮ ਹੁੰਦੇ ਨੇ ਹਿਊਮਨ ਬੋਡੀ ਦੇ ਵਿੱਚ, ਠੀਕ ਹੈ। ਨੈਕਸਟ ਦੇਖੋ, ਵਿਚ ਸੈੱਲ ਆਰਗੇਨੈਲੀ ਇਜ਼ ਨਾਊਨ ਐਜ਼ ਦ ਪਾਵਰ ਹਾਊਸ ਆਫ ਸੈੱਲ, ਠੀਕ ਹੈ। ਪਾਵਰ ਹਾਊਸ ਆਫ ਸੈੱਲ ਕਿਸ ਨੂੰ ਕਿਹਾ ਜਾਂਦਾ ਹੈ? ਇਹ ਕਿਹਾ ਜਾਂਦਾ ਹੈ ਮਾਈਟੋਕੌਂਡਰੀਆ ਨੂੰ। ਸੈੱਲ ਦਾ ਕਿਹੜਾ ਹਿੱਸਾ ਪਾਵਰ ਹਾਊਸ ਆਫ ਸੈੱਲ ਦੇ ਵਜੋਂ ਜਾਣਿਆ ਜਾਂਦਾ ਹੈ? ਉਹ ਜਾਣਿਆ ਜਾਂਦਾ ਹੈ ਮਾਈਟੋਕੌਂਡਰੀਆ, ਠੀਕ ਹੈ, ਮਾਈਟੋਕੌਂਡਰੀਆ। ਇਸ ਨੂੰ ਪਹਿਲੀ ਵਾਰ ਜੋ ਡਿਸਕਵਰ ਕੀਤਾ ਸੀ ਉਹ ਕੀਤਾ ਸੀਗਾ ਕੋਲੀਕਰ ਨੇ, ਠੀਕ ਹੈ। ਇਸ ਨੂੰ ਪਹਿਲੀ ਵਾਰ ਡਿਸਕਵਰ ਕੀਤਾ ਸੀ ਕੋਲੀਕਰ ਨੇ। ਤੇ ਜੋ ਮਾਈਟੋਕੌਂਡਰੀਆ ਨਾਮ ਦਿੱਤਾ ਗਿਆ ਹੈ ਉਹ ਦਿੱਤਾ ਗਿਆ ਹੈ ਬੈਂਡਾ ਵੱਲੋਂ, ਠੀਕ ਹੈ। ਇਸ ਨੂੰ ਡਿਸਕਵਰ ਕੀਤਾ ਸੀ ਕੋਲੀਕਰ ਨੇ ਤੇ ਜੋ ਨਾਮ ਦਿੱਤਾ ਗਿਆ ਹੈ ਉਹ ਦਿੱਤਾ ਗਿਆ ਹੈ ਬੈਂਡਾ ਵੱਲੋਂ,
ठीक है, ये ਆਪਾਂ ਨੇ याद रखना है। इस दे नाल ही क्वेश्चन होता है कि ऐसी केड़ी सैल ऑर्गेनेली है जो कि सैमी ऑटोनोमस है, ठीक है, जो सैमी ऑटोनोमस है मतलब जो अपने आप काम करती है, ठीक है, कुछ काम अपने आप करती है न्यूक्लियस तो फ्री होके, वो तो केड़ी सैल ऑर्गेनेली है, वो है माइटोकॉन्ड्रिया। माइटोकॉन्ड्रिया एक सैमी ऑटोनोमस ऑर्गेनेली है, ठीक है, ये याद रखना है। देखो एक होंगे माइटोकॉन्ड्रिया का स्ट्रक्चर देखो तो उसके कुछ इस तरह के फोल्ड टाइप होंगे ने, फोल्ड तो पूछा जाता है कि जी इन्होंने फोल्ड में जो फोल्ड प्रेजेंट होंगे ने माइटोकॉन्ड्रिया उन्होंने की कहा जाता है, उन्होंने कहा जाता है क्रिस्टे, ठीक है। माइटोकॉन्ड्रिया जो फोल्ड प्रेजेंट होंगे ने उन्होंने कहा जाता है क्रिस्टे, ये तुम याद रखना है। उसके बाद जो फ्लूइड टाइप, ठीक है, जो फ्लूइड प्रेजेंट होंगे है माइटोकॉन्ड्रिया उसनों की कहा जाता है, उसनों कहा जाता है मैट्रिक्स, ठीक है। जो फ्लूइड प्रेजेंट होंगे माइटोकॉन्ड्रिया उसनों कहा जाता है मैट्रिक्स, तो जो फोल्ड प्रेजेंट होंगे ने उन्होंने कहा जाता है क्रिस्टे, ये आपने याद रखना है। तो सब तो इंपॉर्टेंट क्वेश्चन क्या है कि पावर हाउस ऑफ सैल किसनों कहा जाता है, वो कहा जाता है माइटोकॉन्ड्रिया। नेक्स्ट, विच सैल इज इन ह्यूमन बॉडी इज विदाउट न्यूक्लियस एंड माइटोकॉन्ड्रिया, ये अपने लास्ट वीडियो भी पढ़िया सी कि मनुखी शरीर का किहड़ा ऐसा सैल है जो न्यूक्लियस ते माइटोकॉन्ड्रिया तो बिना है, तो वह किहड़ा है लहू, लाल लहू कण, रेड ब्लड कॉर्पल्सिस ऐसे सैल ने जिन्हां विच न्यूक्लियस ते माइटोकॉन्ड्रिया नहीं हुंदा, ठीक है, ये आपने याद रखना है। तो रेड ब्लड सैल की शेप किहो जी हुंदी है, ये बाय कनकेव हुंदे ने, ठीक है, बाय कनकेव हुंदे ने इन शेप दे विच जो रेड ब्लड सैल्स ने, ये आपने याद रखना है। नेक्स्ट, विच इज द लार्जेस्ट सिंगल मैंबरेन बाउंड इंट्रासैलुलर कंपार्टमेंट, सैल दे विच सैल दा सब तो बड़ा हिस्सा किहड़ा है, ठीक है, सैल दे विच जो सब तो बड़ा सैल का हिस्सा है वो है एंडोप्लाज्मिक रेटिकुलम, ठीक है, एंडोप्लाज्मिक रेटिकुलम है जो सब तो बड़ा हिस्सा है सैल दे विच, ते इसनूं पहली बार डिस्कवर किया सी पोर्टर एंड थॉमसन ने, पोर्टर एंड थॉमसन ने इसनूं पहली बार डिस्कवर किया सी, ये आपने याद रखना है, ठीक है। तो नेम किसने दिता सी एंडोप्लाज्मिक रेटिकुलम का, वो दिता सी पोर्टर ने, पोर्टर एंड थॉमसन ने इसनूं पहली बार डिस्कवर किया सी, ते जो नेम दिता है एंडोप्लाज्मिक रेटिकुलम वो पोर्टर ने ही दिता है। देखो ये दो तरह की है, ये दो तरह की होंदी है, एक होंदी है ग्रैनुलर, ठीक है, ग्रैनुलर एंडोप्लाज्मिक रेटिकुलम, ते एक होंदी है ए ग्रैनुलर एंडोप्लाज्मिक रेटिकुलम, ठीक है, एंडोप्लाज्मिक रेटिकुलम, ये आपने याद रखनी है। इस तो इलावा ये जो होंदी है रफ, ठीक है, रफ एंडोप्लाज्मिक रेटिकुलम ते स्मूथ एंडोप्लाज्मिक रेटिकुलम, स्मूथ एंडोप्लाज्मिक रेटिकुलम। रफ एंडोप्लाज्मिक रेटिकुलम वो होंदी है जिस दे उत्ते राइबोसोम्स प्रेजेंट होंदे ने, जिन्ना उत्ते ठीक है राइबोसोम्स प्रेजेंट होंदे ने उन्होंने कहा जाता है रफ एंडोप्लाज्मिक रेटिकुलम, ते जिन्ना ते राइबोसोम्स प्रेजेंट नहीं होंदे, जिन्ना ते राइबोसोम्स प्रेजेंट नहीं होंदे उन्होंने कहा जाता है स्मूथ एंडोप्लाज्मिक रेटिकुलम। ते जो रफ एंडोप्लाज्मिक रेटिकुलम है वो है ग्रैनुलर टाइप, ठीक है, ये है ग्रैनुलर टाइप, ते जो स्मूथ है वो है ए ग्रैनुलर टाइप, ठीक है, ए ग्रैनुलर टाइप जो एंडोप्लाज्मिक रेटिकुलम है वो है स्मूथ एंडोप्लाज्मिक रेटिकुलम, तो जो ग्रैनुलर टाइप है वो है रफ एंडोप्लाज्मिक रेटिकुलम, ये आपने याद रखना है। इसका काम की है, देखो ये जो मैटाबॉलिक एक्टिविटीज़ होंदियां ने सैल दे विच, जो ठीक है मैटाबॉलिक एक्टिविटीज़ होंदियां ने सैल दे विच, उन्हां दे लई ये की करवाउंदी है, सरफेस प्रोवाइड करवाउंदी है, लार्ज सरफेस एरिया प्रोवाइड करवाउण दा काम किसदा हुंदा है, वो हुंदा है रेक्टोप्लाज्मिक एंटिकुलम दा, ठीक है, एंडोप्लाज्मिक रेटिकुलम दा यह काम हुंदा है सैल दे विच जो मैटाबॉलिक एक्टिविटीज़ हो रही ने उन्हां दे लई सरफेस एरिया प्रोवाइड करवाउण दा। उस तो इलावा यह मैकेनिकल सपोर्ट, ठीक है, मैकेनिकल सपोर्ट दिंदी है किसनूं, साइटोप्लाज्म, मैकेनिकल सपोर्ट प्रोवाइड करवाउंदी है किसनूं, साइटोप्लाज्म नूं, यह इस दे काम ने एंडोप्लाज्मिक रेटिकुलम दे, ये आपने याद रखनी चीज़ें। उस तो बाद ठीक है, विच सैल ऑर्गेनेली इज फंक्शन एज द साइट्स फॉर प्रोटीन सिंथेसिस और पॉलीपेप्टाइड सिंथेसिस, प्रोटीन ਜਾਂ पॉलीपेप्टाइड ਦੀ ਸੰਸ਼ਲੇਸ਼ਣ ਕਰਨ ਦੀ ਲਈ ਸਾਈਟ ਦੇ ਤੌਰ ਤੇ ਸੈੱਲ ਦਾ ਕਿਹੜਾ ਹਿੱਸਾ ਕੰਮ ਕਰਦਾ ਹੈ, ਤਾਂ ਉਹ ਕਰਦਾ ਹੈ ਰਾਈਬੋਸੋਮਸ। ਰਾਈਬੋਸੋਮਸ ਕੰਮ ਕਰਦੇ ਨੇ, ਠੀਕ ਹੈ, ਜਿੱਥੇ ਕਿ ਜਿਹੜੇ ਪ੍ਰੋਟੀਨ ਨੇ ਉਹ ਆ ਕੇ ਸਿੰਥਸਾਈਜ਼ ਹੁੰਦੇ ਨੇ, ਅੱਗੇ ਟੁੱਟਦੇ ਨੇ, ਠੀਕ ਹੈ, ਉਹ ਕਿੱਥੇ ਆ ਕੇ ਟੁੱਟਦੇ ਨੇ, ਉਹ ਰਾਈਬੋਸੋਮਸ ਦੇ ਵਿੱਚ ਆ ਕੇ ਟੁੱਟਦੇ ਨੇ ਇੱਕ ਸੈੱਲ ਦੇ ਵਿੱਚ, ਠੀਕ ਹੈ, ਸੈੱਲ ਦੇ ਵਿੱਚ ਪ੍ਰੋਟੀਨਸ ਕਿੱਥੇ ਆ ਕੇ ਟੁੱਟਦੇ ਨੇ, ਉਹ ਰਾਈਬੋਸੋਮ ਦੇ ਉੱਤੇ ਆ ਕੇ ਟੁੱਟਦੇ ਨੇ। ਤੇ ਇਹਨਾਂ ਨੂੰ ਪਹਿਲੀ ਵਾਰ ਡਿਸਕਵਰ ਕੀਤਾ ਸੀ ਰੋਬਿਨਸਨ ਨੇ, ਠੀਕ ਹੈ, ਰੋਬਿਨਸਨ ਐਂਡ ਬਰਾਊਨ ਨੇ, ਰੋਬਿਨਸਨ ਐਂਡ ਬਰਾਊਨ ਨੇ ਇਹਨਾਂ ਨੂੰ ਪਹਿਲੀ ਵਾਰ ਡਿਸਕਵਰ ਕੀਤਾ ਸੀ, ठीक है, रोबिन्सन एंड ब्राउन, रोबिन्सन इस एन है, ठीक है, रोबिन्सन एंड ब्राउन, रोबिन्सन एंड ब्राउन इन्होंने इसनूं पहली बार डिस्कवर किया सी, ठीक है जी, राइबोसोम्स नूं, ठीक, तो राइबोसोम जो हुंदे ने ये एनीमल सैल्स दे विच हुंदे ने, ठीक है, जो राइबोसोम्स एनीमल्स दे विच प्रेजेंट हुंदे ने, इस गल नूं किसने डिस्कवर किया सी, ये किया सी पैलेडे ने,
ਠੀਕ ਹੈ। ਪਲਾਡੇ ਨੇ ਇਸ ਨੂੰ ਡਿਸਕਵਰ ਕੀਤਾ ਸੀ ਕਿ ਰਾਈਬੋਸੋਮਸ ਐਨੀਮਲ ਸੈਲਸ ਦੇ ਵਿੱਚ ਹੁੰਦੇ ਨੇ ਤੇ ਐਨੀਮਲਸ ਦੇ ਜੇ ਇਹ ਪਲਾਂਟ ਸੈਲਸ ਦੇ ਵਿੱਚ, ਰਾਈਬੋਸੋਮਸ ਪਲਾਂਟ ਸੈਲਸ ਦੇ ਵਿੱਚ ਵੀ ਹੁੰਦੇ ਨੇ। ਇਹ ਕਿਸ ਨੇ ਡਿਸਕਵਰ ਕੀਤਾ ਸੀ? ਇਹ ਡਿਸਕਵਰ ਕੀਤਾ ਸੀ ਰੋਬਿਨਸਨ ਐਂਡ ਬਰਾਊਨ ਨੇ। ਰੋਬਿਨਸਨ ਐਂਡ ਬਰਾਊਨ ਨੇ ਡਿਸਕਵਰ ਕੀਤਾ ਸੀ ਕਿ ਰਾਈਬੋਸੋਮਸ ਪਲਾਂਟ ਸੈਲਸ ਦੇ ਵਿੱਚ ਹੁੰਦੇ ਨੇ ਤੇ ਐਨੀਮਲ ਸੈਲਸ ਦੇ ਵਿੱਚ ਜੋ ਰਾਈਬੋਸੋਮਸ ਪ੍ਰੈਜ਼ੈਂਟ ਹੁੰਦੇ ਨੇ ਉਹ ਕਿਸ ਨੇ ਡਿਸਕਵਰ ਕੀਤਾ ਸੀ? ਉਹ ਪਲਾਡੇ ਨੇ ਡਿਸਕਵਰ ਕੀਤਾ ਸੀ। ਠੀਕ ਹੈ ਜੀ। ਦੇਖੋ ਦੋ ਤਰ੍ਹਾਂ ਦੇ ਰਾਈਬੋਸੋਮਸ ਹੁੰਦੇ ਨੇ, ਠੀਕ ਹੈ। ਦੋ ਤਰ੍ਹਾਂ ਦੇ ਰਾਈਬੋਸੋਮਸ ਹੁੰਦੇ ਨੇ 70S ਤੇ 80S, ਠੀਕ ਹੈ। 70S ਤੇ 80S। ਜੋ 70S ਪ੍ਰੈਜ਼ੈਂਟ ਹੁੰਦੇ ਨੇ ਇਹ ਹੁੰਦੇ ਨੇ ਪ੍ਰੋਕੈਰੀਓਟਸ ਦੇ ਵਿੱਚ, ਠੀਕ ਹੈ। ਪ੍ਰੋਕੈਰੀਓਟਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ ਤੇ 80S ਜੋ ਹੁੰਦੇ ਨੇ ਇਹ ਯੂਕੈਰੀਓਟਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ, ਠੀਕ ਹੈ। ਯੂਕੈਰੀਓਟਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ। ਜੋ ਸਭ ਤੋਂ ਇੰਪੋਰਟੈਂਟ ਕੁਐਸਚਨ ਆਉਂਦਾ ਹੈ ਕਿ S ਦਾ ਮਤਲਬ ਕੀ ਹੁੰਦਾ ਹੈ, ਠੀਕ ਹੈ। S ਦਾ ਮਤਲਬ ਹੁੰਦਾ ਹੈ ਸਵੈਡਬਰਗ ਯੂਨਿਟ, ਠੀਕ ਹੈ। ਸਵੈਡਬਰਗ ਯੂਨਿਟ ਇਹ, ਠੀਕ ਹੈ, ਇਹ ਉਸ ਸਾਇੰਟਿਸਟ ਦੇ ਨਾਮ ਤੇ ਹੈ ਜਿਸ ਨੇ ਇਸ ਨੂੰ ਡਿਸਕਵਰ ਕੀਤਾ ਸੀ, ਠੀਕ ਹੈ। ਜੋ 70S ਤੇ 80S ਰਾਈਬੋਸੋਮਸ ਦੋ ਤਰ੍ਹਾਂ ਦੇ ਰਾਈਬੋਸੋਮਸ ਹੁੰਦੇ ਨੇ। ਇਹ ਚੀਜ਼ ਇਸ ਨੂੰ ਡਿਸਕਵਰ ਕਰਨ ਵਾਲਾ ਸਾਇੰਟਿਸਟ ਕੌਣ ਸੀ? ਸਵੈਡਬਰਗ, ਤੇ ਉਸ ਦੇ ਨਾਮ ਤੇ ਹੀ ਇਹ ਹੈ। ਤੇ S ਦਾ ਮਤਲਬ ਕੀ ਹੁੰਦਾ ਹੈ? ਸਵੈਡਬਰਗ ਯੂਨਿਟ, ਠੀਕ ਹੈ। ਇਹ ਆਪਾਂ ਨੇ ਯਾਦ ਰੱਖਣਾ ਹੈ। ਨੈਕਸਟ ਦੇਖੋ ਵਿਚ ਸੈੱਲ ਆਰਗੇਨੈਲੀ ਇਜ਼ ਫਾਰਮ ਲਾਈਜ਼ੋਸੋਮਸ। ਲਾਈਜ਼ੋਸੋਮਸ ਨੂੰ ਕਿਹੜੀ ਸੈੱਲ ਆਰਗੇਨੈਲੀ ਬਣਾਉਂਦੀ ਹੈ? ਤਾਂ ਇਸ ਨੂੰ ਬਣਾਉਂਦੀ ਹੈ ਗੋਲਜਾਈ ਕੰਪਲੈਕਸ, ਠੀਕ ਹੈ। ਗੋਲਜਾਈ ਕੰਪਲੈਕਸ ਲਾਈਜ਼ੋਸੋਮਸ ਨੂੰ ਸੈੱਲ ਦਾ ਕਿਹੜਾ ਹਿੱਸਾ ਬਣਾਉਂਦਾ ਹੈ? ਉਹ ਬਣਾਉਂਦਾ ਹੈ ਗੋਲਜਾਈ ਕੰਪਲੈਕਸ, ਠੀਕ ਹੈ ਜੀ। ਤੇ ਇਸ ਨੂੰ ਪਹਿਲੀ ਵਾਰ ਜੋ ਦੇਖਿਆ ਸੀ ਉਹ ਦੇਖਿਆ ਗਿਆ ਸੀ ਜੋਰਜ ਵੱਲੋਂ, ਠੀਕ ਹੈ। ਜੋਰਜ ਵੱਲੋਂ ਇਸ ਨੂੰ ਪਹਿਲੀ ਵਾਰ ਦੇਖਿਆ ਗਿਆ ਸੀ। ਤੇ ਦੁਨੀਆ ਦੇ ਅੱਗੇ ਜੋ ਲਿਆਤਾ ਗਿਆ ਸੀ ਉਹ ਕਿਸੇ ਵੱਲੋਂ ਲਿਆਤਾ ਗਿਆ ਸੀ? ਕੈਮਿਲੋ, ਠੀਕ ਹੈ। ਕੈਮਿਲੋ ਗੋਲਜਾਈ, ਕੈਮਿਲੋ ਗੋਲਜਾਈ ਵੱਲੋਂ। ਤੇ ਇਹਨਾਂ ਦੇ ਨਾਮ ਤੇ ਹੀ ਇਹ ਜੋ ਇਸ ਦਾ ਨਾਮ ਕੀ ਪਿਆ ਹੈ? ਗੋਲਜਾਈ ਕੰਪਲੈਕਸ ਪਿਆ ਹੈ, ਠੀਕ ਹੈ। ਕੈਮਿਲੋ ਗੋਲਜਾਈ ਨੇ ਪਹਿਲੀ ਵਾਰ ਦੁਨੀਆ ਅੱਗੇ ਲਿਆਤਾ ਸੀ ਇਸ ਨੂੰ 1898 ਦੇ ਵਿੱਚ, ਠੀਕ ਹੈ। 1898 ਦੇ ਵਿੱਚ ਇਹ, ਠੀਕ ਹੈ। ਤੇ ਗੋਲਜਾਈ ਕੰਪਲੈਕਸ ਹੈ ਜੋ ਲਾਈਜ਼ੋਸੋਮਸ ਨੂੰ ਬਣਾਉਂਦਾ ਹੈ। ਉਸ ਤੋਂ ਬਾਅਦ ਜੋ ਇੰਪੋਰਟੈਂਟ ਹੈ, ਵਿਚ ਸੈੱਲ ਆਰਗੇਨੈਲੀ ਇਜ਼ ਨਾਊਨ ਐਜ਼ ਸੁਸਾਈਡਲ ਬੈਗ ਆਫ ਸੈਲਸ, ਠੀਕ ਹੈ। ਜੋ ਹੈ ਸੈੱਲ ਦੇ ਕਿਹੜੇ ਹਿੱਸੇ ਨੂੰ ਸੈੱਲਾਂ ਦਾ ਆਤਮਘਾਤੀ ਥੈਲਾ ਕਿਹਾ ਜਾਂਦਾ ਹੈ, ਠੀਕ ਹੈ। ਸੈੱਲਾਂ ਦਾ ਆਤਮਘਾਤੀ ਥੈਲਾ ਕਿਸ ਨੂੰ ਕਿਹਾ ਜਾਂਦਾ ਹੈ? ਇਹ ਕਿਹਾ ਜਾਂਦਾ ਹੈ ਲਾਈਜ਼ੋਸੋਮਸ ਨੂੰ, ਠੀਕ ਹੈ। ਜੋ ਵੀ ਜਿੰਨੇ ਵੀ ਸੈਲਸ ਨੇ, ਠੀਕ ਹੈ, ਪੁਰਾਣੇ ਹੋ ਜਾਂਦੇ ਨੇ, ਓਲਡ ਹੋ ਜਾਂਦੇ ਨੇ, ਟੁੱਟ ਜਾਂਦੇ ਨੇ, ਉਹ ਜਾ ਕੇ ਕਿੱਥੇ ਖਤਮ ਹੁੰਦੇ ਨੇ? ਉਹ ਲਾਈਜ਼ੋਸੋਮਸ ਦੇ ਵਿੱਚ ਖਤਮ ਹੁੰਦੇ ਨੇ। ਕਿਉਂ? ਕਿਉਂਕਿ ਲਾਈਜ਼ੋਸੋਮਸ ਦੇ ਵਿੱਚ ਕੁਝ ਡਿਜੈਸਟਿਵ ਐਂਜ਼ਾਈਮਸ ਪ੍ਰੈਜ਼ੈਂਟ ਹੁੰਦੇ ਨੇ, ਠੀਕ ਹੈ। ਡਿਜੈਸਟਿਵ ਐਂਜ਼ਾਈਮਸ ਪ੍ਰੈਜ਼ੈਂਟ ਹੁੰਦੇ ਨੇ ਜੋ ਕਿ ਉਹ ਟੁੱਟੇ ਭੱਜੇ ਜੋ ਸੈੱਲ ਨੇ ਉਹਨਾਂ ਨੂੰ ਖਤਮ ਕਰ ਦਿੰਦੇ ਨੇ, ਠੀਕ ਹੈ। ਡਿਜੈਸਟਿਵ ਐਂਜ਼ਾਈਮਸ ਦੇ ਪ੍ਰੈਜ਼ੈਂਟ ਦੇ ਕਰਕੇ ਹੀ ਲਾਈਜ਼ੋਸੋਮਸ ਨੂੰ ਕੀ ਕਿਹਾ ਜਾਂਦਾ ਹੈ? ਸੁਸਾਈਡਲ ਬੈਗ ਆਫ ਸੈਲਸ ਕਿਹਾ ਜਾਂਦਾ ਹੈ, ਠੀਕ ਹੈ। ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ ਕਿ ਸੁਸਾਈਡਲ ਬੈਗ ਆਫ ਸੈਲਸ ਕਿਸ ਨੂੰ ਕਿਹਾ ਜਾਂਦਾ ਹੈ? ਲਾਈਜ਼ੋਸੋਮਸ ਨੂੰ ਕਿਹਾ ਜਾਂਦਾ ਹੈ। ਇਹ ਆਪਾਂ ਨੇ ਯਾਦ ਰੱਖਣਾ ਹੈ। ਨੈਕਸਟ, ਠੀਕ ਹੈ। ਡਿਊ ਟੂ ਪ੍ਰੈਜ਼ੈਂਸ ਆਫ ਵਿਚ ਪਿਗਮੈਂਟ ਪਲਾਂਟਸ ਆਰ ਆਫ ਗ੍ਰੀਨ ਕਲਰ। ਕਿਹੜੇ ਪਿਗਮੈਂਟਸ ਦੇ ਕਾਰਨ ਪਲਾਂਟਸ ਨੇ ਉਹ ਹਰੇ ਰੰਗ ਦੇ ਦਿਖਦੇ ਨੇ? ਉਹ ਕਲੋਰੋਪਲਾਸਟ ਦੇ ਕਾਰਨ, ਠੀਕ ਹੈ। ਕਲੋਰੋਪਲਾਸਟ ਦੇ ਕਾਰਨ ਹੀ ਜੋ ਪੌਦੇ ਨੇ ਉਹ ਹਰੇ ਰੰਗ ਦੇ ਦਿਸਦੇ ਨੇ। ਦੇਖੋ ਪਲਾਂਟ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ ਪਲਾਸਟਿਡਸ, ਠੀਕ ਹੈ। ਪਲਾਸਟਿਡਸ ਪ੍ਰੈਜ਼ੈਂਟ ਹੁੰਦੇ ਨੇ। ਤਿੰਨ ਤਰ੍ਹਾਂ ਦੇ ਪਲਾਸਟਿਡ ਹੁੰਦੇ ਨੇ। ਇੱਕ ਹੁੰਦੇ ਨੇ ਕਲੋਰੋਪਲਾਸਟ, ਠੀਕ ਹੈ, ਕਲੋਰੋਪਲਾਸਟ। ਇੱਕ ਹੁੰਦੇ ਨੇ ਕ੍ਰੋਮੋਪਲਾਸਟ ਤੇ ਇੱਕ ਪ੍ਰੈਜ਼ੈਂਟ ਹੁੰਦੇ ਨੇ ਲਿਊਕੋਪਲਾਸਟ, ਠੀਕ ਹੈ। ਇੱਕ ਪ੍ਰੈਜ਼ੈਂਟ ਹੁੰਦੇ ਨੇ ਲਿਊਕੋਪਲਾਸਟ, ਠੀਕ ਹੈ, ਲਿਊਕੋਪਲਾਸਟ। ਜੋ ਕਲੋਰੋਪਲਾਸਟ ਨੇ ਉਹ ਹੁੰਦੇ ਨੇ ਗ੍ਰੀਨ ਕਲਰ ਦੇ ਲਈ, ਜੋ ਹਰਾ ਰੰਗ ਪ੍ਰੋਵਾਈਡ ਕਰਵਾਉਂਦੇ ਨੇ ਪੌਦਿਆਂ ਨੂੰ, ਉਹ ਕੌਣ ਕਰਵਾਉਂਦੇ ਨੇ? ਕਲੋਰੋਪਲਾਸਟ। ਉਸ ਤੋਂ ਬਾਅਦ ਜੋ ਕ੍ਰੋਮੋਪਲਾਸਟ ਨੇ, ਜੋ ਵੀ ਪੌਦਿਆਂ ਦੇ ਵਿੱਚ, ਠੀਕ ਹੈ, ਪੀਲਾ, ਸੰਤਰੀ, ਲਾਲ ਰੰਗ, ਇਹ ਸਾਰੇ ਹੁੰਦੇ ਨੇ ਕਿਸ ਕਾਰਨ ਹੁੰਦੇ ਨੇ? ਇਹ ਕ੍ਰੋਮੋਪਲਾਸਟ ਕਾਰਨ। ਤੇ ਲਿਊਕੋਪਲਾਸਟ ਕੀ ਹੁੰਦੇ ਨੇ? ਇਹ ਕਲਰਲੈਸ ਹੁੰਦੇ ਨੇ, ਠੀਕ ਹੈ। ਇਹ ਕਲਰਲੈਸ ਹੁੰਦੇ ਨੇ ਤੇ ਇਹਨਾਂ ਦਾ ਕੰਮ ਕੀ ਹੁੰਦਾ ਹੈ? ਇਹਨਾਂ ਨੇ ਸਿਰਫ ਸਟੋਰ ਕਰਕੇ ਰੱਖਣਾ ਹੈ ਨਿਊਟ੍ਰੀਐਂਟਸ ਨੂੰ, ਠੀਕ ਹੈ। ਨਿਊਟ੍ਰੀਐਂਟਸ ਨੂੰ ਸਟੋਰ ਕਰਕੇ ਰੱਖਣ ਦਾ ਕੰਮ ਕੌਣ ਕਰਦੇ ਨੇ? ਠੀਕ ਹੈ ਜੀ, ਉਹ ਕੰਮ ਕਰਦੇ ਨੇ ਲਿਊਕੋਪਲਾਸਟ ਕੰਮ ਕਰਦੇ ਨੇ। ਇਹ ਆਪਣੇ ਇਹ ਤਿੰਨ ਤਰ੍ਹਾਂ ਦੇ ਪਲਾਸਟਿਡ ਹੁੰਦੇ ਨੇ। ਤੇ ਕੁਐਸਚਨ ਹੁੰਦਾ ਕਿ ਪਲਾਸਟਿਡਸ ਕਿਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ? ਪਲਾਂਟ ਜਾਂ ਐਨੀਮਲ ਦੇ ਸੈੱਲ ਦੇ ਵਿੱਚ? ਤਾਂ ਇਹ ਪ੍ਰੈਜ਼ੈਂਟ ਹੁੰਦੇ ਨੇ ਸਿਰਫ ਤੇ ਸਿਰਫ ਪਲਾਂਟਸ ਦੇ ਵਿੱਚ, ਠੀਕ ਹੈ। ਸਿਰਫ ਇਹ ਪ੍ਰੈਜ਼ੈਂਟ ਹੁੰਦੇ ਨੇ ਪੌਦਿਆਂ ਦੇ ਵਿੱਚ ਪਲਾਸਟਿਡਸ, ਤੇ ਇਹ ਆਪਾਂ ਨੇ ਯਾਦ ਰੱਖਣਾ। ਨੈਕਸਟ, ਠੀਕ ਹੈ। ਦੇਖੋ ਵਿਚ ਪਿਗਮੈਂਟ ਇਜ਼ ਰਿਸਪੋਂਸੀਬਲ ਫॉर ਡਿਫਰੈਂਟ ਕਲਰਸ ਆਫ ਫਰੂਟਸ ਇਨ ਪਲਾਂਟ, ਠੀਕ ਹੈ। ਕਿਹੜਾ ਪਿਗਮੈਂਟ ਫਲਾਂ ਦੇ ਵੱਖ-ਵੱਖ ਰੰਗਾਂ ਦੇ ਲਈ ਜ਼ਿੰਮੇਵਾਰ ਹੈ? ਉਹ ਹੈ ਕ੍ਰੋਮੋਪਲਾਸਟ, ਠੀਕ ਹੈ। ਕ੍ਰੋਮੋਪਲਾਸਟ ਹੀ ਹੈ ਜੋ ਵੱਖ-ਵੱਖ ਰੰਗਾਂ ਦੇ ਲਈ, ਜੋ ਫਲਾਂ ਦੇ ਵਿੱਚ ਵੱਖ-ਵੱਖ ਰੰਗ ਨੇ ਉਹਨਾਂ ਲਈ ਜ਼ਿੰਮੇਵਾਰ ਹੈ, ਠੀਕ ਹੈ ਜੀ। ਤੇ ਤੁਸੀਂ ਮੈਨੂੰ ਦੱਸੋਗੇ ਕਿ ਜੋ ਟਮਾਟੋ ਹੈ, ਠੀਕ ਹੈ, ਜੋ ਟਮਾਟਰ ਹੈ ਉਸਦਾ ਲਾਲ ਰੰਗ ਕਿਸ ਦੇ ਕਾਰਨ ਹੁੰਦਾ ਹੈ? ਠੀਕ ਹੈ, ਟਮਾਟਰ ਦਾ ਲਾਲ ਰੰਗ ਕਿਸ ਦੇ ਕਾਰਨ ਹੁੰਦਾ ਹੈ? ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਦੱਸੋਗੇ, ਠੀਕ ਹੈ ਜੀ। ਨੈਕਸਟ ਅੱਗੇ ਆਉਂਦਾ ਹੈ ਕਿ ਹੂ ਇਜ਼ ਨਾਊਨ ਐਜ਼ ਫਾਦਰ ਆਫ ਮਾਡਰਨ ਬਾਇਓਲੋਜੀ। ਮਾਡਰਨ ਬਾਇਓਲੋਜੀ ਦੇ ਫਾਦਰ ਕਿਸ ਨੂੰ ਕਿਹਾ ਜਾਂਦਾ ਹੈ? ਚਾਰਲਸ ਡਾਰਵਿਨ ਨੂੰ। ਆਧੁਨਿਕ ਜੀਵ ਵਿਗਿਆਨ ਦੇ ਪਿਤਾ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ? ਉਹ ਜਾਣਿਆ ਜਾਂਦਾ ਹੈ ਚਾਰਲਸ ਡਾਰਵਿਨ। ਕਿਉਂ? ਕਿਉਂਕਿ ਇਹਨਾਂ ਨੇ ਦੇਖੋ ਦੋ ਤਰ੍ਹਾਂ ਦੀ ਥਿਊਰੀ ਦਿੱਤੀ। ਇੱਕ ਦਿੱਤੀ ਸੀ ਥਿਊਰੀ ਆਫ ਐਵੋਲੂਸ਼ਨ, ਠੀਕ ਹੈ, ਥਿਊਰੀ ਆਫ ਐਵੋਲੂਸ਼ਨ। ਇਸ ਦਾ ਕੀ ਮਤਲਬ ਸੀ? ਦੇਖੋ ਜਿੰਨੀ ਵੀ ਐਵੋਲੂਸ਼ਨ ਹੁੰਦੀ ਹੈ, ਇੱਕ ਐਗਜ਼ਾਮਪਲ ਲੈਂਦੇ ਹਾਂ ਇੱਕ ਜਿਰਾਫ ਦੀ, ਠੀਕ ਹੈ। ਤੁਹਾਨੂੰ ਪਤਾ ਹੋਊਗਾ ਜਿਰਾਫ ਕੀ ਹੈ। ਜਿਰਾਫ ਦੀ ਅੱਜ ਦੇ ਜੋ
ਟਾਈਮ ਵਿੱਚ ਧਰਤੀ ਉੱਤੇ ਸਭ ਤੋਂ ਲੰਬੀ ਗਰਦਨ ਕਿਹੜੀ ਹੈ ਨਾ ਜਿਸ ਜਾਨਵਰ ਦੀ ਹੈ ਉਹ ਕੌਣ ਹੈ, ਉਹ ਹੈ ਜਿਰਾਫ। ਠੀਕ ਹੈ, ਜਿਰਾਫ ਦੀ। ਤਾਂ ਜੋ ਪਹਿਲਾਂ ਦਾ ਅੱਜ ਤੋਂ ਮਿਲੀਅਨ ਸਾਲ ਪਹਿਲਾਂ ਜਿਰਾਫ ਸੀ ਉਹ ਇੰਨਾ ਲੰਬਾ ਨਹੀਂ ਸੀ, ਇੰਨੀ ਲੰਬੀ ਗਰਦਨ ਵਾਲਾ ਨਹੀਂ ਸੀ। ਠੀਕ ਹੈ ਜੀ। ਤਾਂ ਜੋ ਪਹਿਲਾਂ ਜਿਰਾਫ ਕੀ ਸੀ, ਉਹ ਧਰਤੀ ਦੇ ਉੱਤੇ ਹੀ ਚਰਦਾ ਹੁੰਦਾ ਸੀ। ਠੀਕ ਹੈ, ਗਰੇਜ਼ ਕਰਦਾ ਹੁੰਦਾ ਸੀ, ਜੋ ਵੀ ਧਰਤੀ ਦੇ ਉੱਤੇ ਉਸਨੂੰ ਪੇੜ ਪੌਦੇ ਵਗੈਰਾ ਮਿਲਦੇ ਸੀ ਉਹ ਖਾਂਦਾ ਸੀ। ਬਟ ਜਿਵੇਂ ਜਿਵੇਂ ਜਿਰਾਫ ਦੀ ਠੀਕ ਹੈ ਰਿਕੁਆਇਰਮੈਂਟ ਵੱਧਦੀ ਗਈ ਖਾਣੇ ਦੀ, ਉਹ ਦੇਖਦਾ ਹੈ ਕਿ ਧਰਤੀ ਦੇ ਉੱਤੇ ਜੋ ਖਾਣਾ ਉਹ ਖਤਮ ਹੋਣ ਲੱਗ ਗਿਆ, ਤੇ ਉਸਨੇ ਆਪਣੀ ਪਹੁੰਚ ਕਿੱਥੇ ਬਣਾਈ, ਉੱਚੇ ਦਰਖਤਾਂ ਤੱਕ। ਠੀਕ ਹੈ, ਤੇ ਉਸ ਉੱਚੇ ਦਰਖਤਾਂ ਦੇ ਜੋ ਪੇੜ ਪੌਦੇ ਨੇ ਉਹਨਾਂ ਦੇ ਪੱਤਿਆਂ ਤੱਕ ਪਹੁੰਚਣ ਲਈ ਜਿਰਾਫ ਨੂੰ ਕੋਸ਼ਿਸ਼ ਕਰਨੀ ਪੈਂਦੀ ਸੀ। ਉਸੇ ਕੋਸ਼ਿਸ਼ ਦੇ ਵਿੱਚ ਉਸਦੀ ਜੋ ਗਰਦਨ ਹੈ ਉਹ ਅੱਜ ਦੇ ਟਾਈਮ ਜਿੰਨੀ ਲੰਬੀ ਹੋ ਗਈ। ਤਾਂ ਇਹ ਸੀ ਥਿਊਰੀ ਆਫ ਰੈਵੋਲੂਸ਼ਨ। ਠੀਕ ਹੈ, ਕਿ ਹਰ ਜੋ ਟਾਈਮ ਦੇ ਨਾਲ ਕੁਛ ਜੋ ਪਰਿਸਥਿਤੀਆਂ ਨੇ ਉਹਨਾਂ ਕੰਡੀਸ਼ਨਸ ਦੇ ਨਾਲ ਹਰ ਇੱਕ ਜਾਨਵਰ ਦੇ ਵਿੱਚ ਕੋਈ ਨਾ ਕੋਈ ਐਵੋਲੂਸ਼ਨ ਆਉਂਦੀ ਰਹਿੰਦੀ ਹੈ। ਜਿਵੇਂ ਫੋਰ ਐਗਜ਼ਾਮਪਲ ਲਾ ਲਓ ਤੁਸੀਂ ਹਿਊਮਨ ਦੀ, ਹੋਮੋ ਸੈਪੀਅਨਸ ਦੀ। ਠੀਕ ਹੈ ਜੀ, ਆਪਾਂ ਪੜ੍ਹਦੇ ਹਾਂ ਪਿੱਛੇ ਤੁਸੀਂ ਹਿਸਟਰੀ ਵਗੈਰਾ ਵਿੱਚ ਹੀ ਪੜ੍ਹਿਆ ਹੋਊਗਾ ਕਿ ਪਹਿਲਾਂ ਦੇ ਜੋ ਮਨੁੱਖ ਸੀ, ਪੈਲੀਓਲਿਥਿਕ ਜੋ ਪੁਰਾਤਨ ਪੱਥਰ ਯੁੱਗ ਦਾ ਇਨਸਾਨ ਸੀ, ਉਸਨੂੰ ਅੱਗ ਵਗੈਰਾ ਬਾਰੇ ਕੋਈ ਨੌਲੇਜ ਨਹੀਂ ਸੀ। ਉਹ ਕਿਸ ਤਰ੍ਹਾਂ ਚੱਲਦੇ ਸੀ, ਉਹ ਠੀਕ ਹੈ ਜੰਗਲਾਂ ਵਿੱਚ ਰਹਿੰਦੇ ਸੀ, ਉਹਦੇ ਵਿੱਚ ਗੁਫਾਵਾਂ ਵਿੱਚ ਰਹਿੰਦੇ ਸੀ। ਬਟ ਜਿਵੇਂ ਜਿਵੇਂ ਟਾਈਮ ਬੀਤਦਾ ਗਿਆ ਉਹਨਾਂ ਨੂੰ ਸਮਝ ਆਉਂਦੀ ਗਈ, ਉਵੇਂ ਉਵੇਂ ਉਹਨਾਂ ਦਾ ਸੀ ਕਿ ਰਹਿਣਾ ਸਹਿਣਾ ਬਦਲਦਾ ਗਿਆ, ਉਸ ਤਰ੍ਹਾਂ ਹੀ ਉਹਦੇ ਵਿੱਚ ਐਵੋਲੂਸ਼ਨਸ ਆਉਂਦੀ ਨਹੀਂ ਤੇ ਅੱਜ ਦਾ ਮਾਡਰਨ ਇਨਸਾਨ ਬਣ ਗਿਆ। ਤਾਂ ਕਿ ਜੋ ਵੀ ਕੰਡੀਸ਼ਨਸ ਨੇ ਉਹਨਾਂ ਦੇ ਅਕੋਰਡਿੰਗ ਹਰ ਇੱਕ ਜੋ ਜਾਤੀ ਹੈ ਉਸਦੇ ਵਿੱਚ ਕੁਛ ਨਾ ਕੁਛ ਚੇਂਜ ਆਉਂਦੀ ਰਹਿੰਦੀ ਹੈ। ਇਹ ਸੀ ਥਿਊਰੀ ਆਫ ਐਵੋਲੂਸ਼ਨ। ਉਸ ਤੋਂ ਇਲਾਵਾ ਇਸਨੇ ਦਿੱਤੀ ਸੀ ਚਾਰਲਸ ਡਾਰਵਿਨ ਨੇ ਨੈਚੁਰਲ ਸਿਲੈਕਸ਼ਨ, ਥਿਊਰੀ ਆਫ ਨੈਚੁਰਲ ਸਿਲੈਕਸ਼ਨ। ਠੀਕ ਹੈ ਜੀ, ਕਿ ਨੇਚਰ ਦੇ ਜੋ ਅਕੋਰਡਿੰਗ ਹਰ ਇੱਕ ਚੀਜ਼ ਤਬਦੀਲ ਹੁੰਦੀ ਹੈ। ਦੇਖੋ ਜੋ ਕਿ ਹੈ ਚਾਰਲਸ ਡਾਰਵਿਨ ਇੱਕ ਆਈਲੈਂਡ ਤੇ ਪਹੁੰਚਦਾ ਹੈ। ਠੀਕ ਹੈ, ਆਈਲੈਂਡ ਤੇ ਪਹੁੰਚਦਾ ਅਤੇ ਉੱਥੇ ਉਹ ਦੇਖਦਾ ਹੈ ਕਿ ਉਹ ਕੁਝ ਵਰਡਸ ਦੇਖਦਾ ਹੈ, ਜੋ ਪੰਛੀ ਨੇ ਉਹਨਾਂ ਨੂੰ ਦੇਖਦਾ ਹੈ। ਤੇ ਇੱਕ ਕੁਐਸਚਨ ਆਉਂਦਾ ਹੈ ਕਿ ਡਾਰਵਿਨ ਫਿੰਚਿਸ ਕਿਸ ਨੂੰ ਕਿਹਾ ਜਾਂਦਾ ਹੈ, ਡਾਰਵਿਨ ਫਿੰਚਿਸ ਕਿਸ ਨੂੰ ਕਿਹਾ ਜਾਂਦਾ ਹੈ, ਡਾਰਵਿਨ ਦੀ ਉਹ ਫਿੰਚਿਸ ਕਿਸ ਨੂੰ ਕਿਹਾ ਜਾਂਦਾ ਹੈ, ਉਹ ਕਿਹਾ ਜਾਂਦਾ ਹੈ ਬਰਡਸ ਨੂੰ। ਠੀਕ ਹੈ ਜੀ, ਬਰਡਸ ਨੂੰ ਕਿਹਾ ਜਾਂਦਾ ਹੈ ਡਾਰਵਿਨ ਫਿੰਚਿਸ। ਠੀਕ ਹੈ, ਤੇ ਉਹ ਆਈਲੈਂਡ ਤੇ ਦੇਖਦਾ ਹੈ ਕਿ ਜਿਹੜੀ ਉਹੀ ਪੰਛੀ ਜੋ ਕਿ ਇੱਕ ਸ਼ਹਿਰਾਂ ਦੇ ਵਿੱਚ ਮਿਲਦੇ ਨੇ, ਪਰ ਇਸ ਆਈਲੈਂਡ ਦੇ ਉੱਤੇ ਉਹ ਸੇਮ ਦੇ ਪੰਛੀ, ਬਟ ਉਹਨਾਂ ਦੀਆਂ ਜੋ ਠੀਕ ਹੈ ਚੁੰਝਾਂ ਸੀ ਉਹਨਾਂ ਵਿੱਚ ਬਹੁਤ ਸਾਰਾ ਡਿਫਰੈਂਸ ਸੀ। ਜਿਵੇਂ ਕਿ ਜੋ ਬੀਜ ਵਗੈਰਾ ਖਾਣ ਵਾਲੇ ਸੀ ਉਹਨਾਂ ਦੀ ਚੁੰਝਾਂ ਤਿੱਖੀਆਂ ਵਗੈਰਾ ਸੀ, ਜੋ ਠੀਕ ਹੈ ਜੀ ਆਪਣੇ ਜੋ ਕੀੜ ਮਕੌੜੇ ਖਾਣ ਵਾਲੇ ਸੀ ਉਹਨਾਂ ਦੀਆਂ ਪੰਛੀਆਂ ਦੀਆਂ ਚੁੰਝਾਂ ਦੂਸਰੀ ਤਰ੍ਹਾਂ ਦੀਆਂ ਸੀ। ਤਾਂ ਉਸਨੇ ਦੇਖਿਆ ਕਿ ਜੋ ਨੇਚਰ ਦੇ ਹਿਸਾਬ ਦੇ ਨਾਲ ਜੋ ਜਾਨਵਰ ਆਪਦੇ ਆਪ ਨੂੰ ਢਾਲ ਲੈਂਦਾ ਹੈ ਉਹ ਜਾਨਵਰ ਹੀ ਅੱਗੇ ਜਿੰਦਾ ਬਚਦਾ ਹੈ। ਤਾਂ ਇਹ ਦੋ ਤਰ੍ਹਾਂ ਦੀਆਂ ਥਿਊਰੀਜ਼ ਦਿੱਤੀਆਂ ਸੀ ਚਾਰਲਸ ਡਾਰਵਿਨ ਨੇ। ਇਸ ਕਾਰਨ ਹੀ ਇਸ ਨੂੰ ਕੀ ਕਿਹਾ ਜਾਂਦਾ ਹੈ, ਫਾਦਰ ਆਫ ਮਾਡਰਨ ਬਾਇਓਲੋਜੀ। ਠੀਕ ਹੈ, ਫਾਦਰ ਆਫ ਮਾਡਰਨ ਬਾਇਓਲੋਜੀ ਕਿਹਾ ਜਾਂਦਾ ਹੈ ਚਾਰਲਸ ਡਾਰਵਿਨ ਨੂੰ। ਨੈਕਸਟ ਅੱਗੇ ਆਉਂਦਾ ਕਿ ਦੇਖੋ ਇਹ ਆਪਾਂ ਪੜ੍ਹ ਚੁੱਕੇ ਹਾਂ ਕਿ ਸੈੱਲ ਵਾਲ ਇਨ ਫੰਗਸ ਕਿਸ ਦੀ ਬਣੀ ਹੁੰਦੀ ਹੈ, ਇਹ ਚਿਟਿਨ ਦੀ ਬਣੀ ਹੁੰਦੀ ਹੈ। ਉੱਲੀ ਦੀ ਜੋ ਸੈੱਲ ਵਾਲ ਹੈ ਕਿਸ ਦੀ ਬਣੀ ਹੁੰਦੀ ਹੈ, ਉਹ ਚਿਟਿਨ ਦੀ ਬਣੀ ਹੁੰਦੀ ਹੈ। ਠੀਕ ਹੈ ਜੀ, ਨੈਕਸਟ The first indication that the cell is about to divide is generally given by, देखो पहली इंडिकेशन कौन दिंदा है कि सैल हुण वंडण वाला है। ठीक है, सैल हुण विभाजित होने वाला है, एक तो दो बनने वाले हैं। इसकी सब तो पहला जो इंडिकेशन मिलूगी वो आपको मिलूगी सेंट्रोसोम वालों। ठीक है, सेंट्रोसोम ही वो चीज़ का संकेत दूगा कि हुण सैल डिवाइड होने वाला है, सैल हुण वंडण वाला है, एक तो दो बनने वाले ने। तो कौन किहड़ी सैल ऑर्गेनली दिंदी है उसके बारे दसदी है, वो दसदी है सेंट्रोसोम। ठीक है, ਤੇ ਜੋ ਸੈਂਟਰੋਸੋਮ ਹੈ, ਸੈਂਟਰੋਸੋਮ ਨੂੰ ਅਗਰ ਸਿੰਗਲ ਹੀ ਕਿਹਾ ਜਾਵੇ ਤਾਂ ਸਿੰਗਲ ਤੌਰ ਤੇ ਜੋ ਸੈਂਟਰੋਸੋਮ ਨੂੰ ਕਿਹਾ ਜਾਂਦਾ ਹੈ ਸੈਂਟਰੀਓਲਸ। ਇੱਕ ਤੋਂ ਜ਼ਿਆਦਾ ਸੈਂਟਰੀਓਲ ਮਿਲ ਕੇ ਕੀ ਬਣਾਉਂਦੇ ਨੇ, ਸੈਂਟਰੋਸੋਮਸ ਬਣਾਉਂਦੇ ਨੇ। ਇਹ ਆਪਾਂ ਨੇ ਯਾਦ ਰੱਖਣਾ ਹੈ। ਠੀਕ ਹੈ ਜੀ, ਕਿ ਸਿੰਗਲ ਸੈਂਟਰੋਸੋਮ ਨੂੰ ਕੀ ਕਿਹਾ ਜਾਂਦਾ ਹੈ, ਸੈਂਟਰੀਓਲਸ, ਤੇ ਇੱਕ ਤੋਂ ਜ਼ਿਆਦਾ ਜੋ ਸੈਂਟਰੀਓਲਸ ਮਿਲ ਕੇ ਕੀ ਬਣਾਉਂਦੇ ਨੇ, ਸੈਂਟਰੋਸੋਮ। ਤੇ ਸੈਂਟਰੋਸੋਮ ਦਾ ਮੇਨ ਕੰਮ ਕੀ ਹੈ, ਇਹ ਸੈੱਲ ਦੀ ਡਿਵੀਜ਼ਨ ਵਿੱਚ ਹੈਲਪ ਕਰਦਾ ਹੈ। ਠੀਕ ਹੈ, ਇਹ ਹੈਲਪ ਇਨ ਸੈੱਲ ਡਿਵੀਜ਼ਨ, ਇਹ ਸੈੱਲ ਡਿਵੀਜ਼ਨ ਵਿੱਚ ਹੈਲਪ ਕਰਦਾ ਹੈ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਦੇਖੋ ਆ ਗਿਆ, ਪਲਾਸਟਿਡਸ ਆਰ ਓਨਲੀ ਪ੍ਰੈਜ਼ੈਂਟ ਇਨ ਪਲਾਂਟਸ। ਪਲਾਸਟਿਡ ਕਿਸ ਵਿੱਚ ਪ੍ਰੈਜ਼ੈਂਟ ਹੁੰਦੇ ਨੇ, ਸਿਰਫ ਪੌਦਿਆਂ ਵਿੱਚ ਪ੍ਰੈਜ਼ੈਂਟ ਹੁੰਦੇ ਨੇ। ਠੀਕ ਹੈ ਜੀ, ਵਾਟ ਇਜ਼ ਟੋਟੀਪੋਟੈਂਟ। ਟੋਟੀਪੋਟੈਂਟ ਕੀ ਹੁੰਦੇ, ਦੇਖੋ ਇੱਕ ਸਿੰਗਲ ਸੈੱਲ ਦੇ ਵਿੱਚ ਇੰਨੀ ਪਾਵਰ ਹੁੰਦੀ ਹੈ, ਇੰਨੀ ਐਬਿਲਿਟੀ ਹੁੰਦੀ ਹੈ ਕਿ ਉਹ ਪੂਰੇ ਦਾ ਪੂਰਾ ਜੀਵਨ ਬਣਾ ਸਕਦਾ ਹੈ, ਪੂਰਾ ਇੱਕ ਆਰਗੇਨਿਜ਼ਮ ਬਣਾ ਸਕਦਾ ਹੈ। ਤਾਂ ਟੋਟੀਪੋਟੈਂਟ ਕੀ ਹੈ, ਇੱਕੋ ਸੈੱਲ ਵਿੱਚ ਪੂਰੇ ਜੀਵਨ ਨੂੰ ਬਣਾਉਣ ਦੀ ਸਮਰੱਥਾ। ਠੀਕ ਹੈ, ਇੱਕ ਸੈੱਲ ਦੇ ਵਿੱਚ ਪੂਰੇ ਜੀਵਨ ਨੂੰ ਬਣਾਉਣ ਦੀ ਸਮਰੱਥਾ ਨੂੰ ਹੀ ਕੀ ਕਿਹਾ ਜਾਂਦਾ ਹੈ, ਟੋਟੀਪੋਟੈਂਟ ਕਿਹਾ ਜਾਂਦਾ ਹੈ। ਠੀਕ ਹੈ, ਇਸੇ ਸਮਰੱਥਾ ਦੇ ਕਾਰਨ ਸੈੱਲ ਨੂੰ ਕੀ ਕਿਹਾ ਜਾਂਦਾ ਹੈ, ਬੇਸਿਕ ਯੂਨਿਟ ਆਫ ਲਾਈਫ। ਠੀਕ ਹੈ, ਬੇਸਿਕ ਯੂਨਿਟ ਆਫ ਲਾਈਫ ਵੀ ਇਸੇ ਸਮਰੱਥਾ ਦੇ ਕਾਰਨ ਕਿਹਾ ਜਾਂਦਾ ਹੈ ਸੈੱਲ ਨੂੰ। ਠੀਕ ਹੈ, ਕਿਉਂਕਿ ਇੱਕ ਸੈੱਲ ਦੇ ਵਿੱਚ ਪੂਰੇ ਦੀ ਪੂਰੀ ਜ਼ਿੰਦਗੀ ਬਣਾਉਣ ਦਾ ਦਮ ਹੁੰਦਾ ਹੈ, ਇਸ ਲਈ ਕਿਹਾ ਜਾਂਦਾ ਹੈ ਸੈੱਲ ਨੂੰ ਬੇਸਿਕ ਯੂਨਿਟ ਆਫ ਲਾਈਫ। ਨੈਕਸਟ ਦੇਖੋ, ਪਹਿਲਾ ਜੋ ਮਾਈਕਰੋਸਕੋਪ ਸੀ, ਪਹਿਲਾ ਮਾਈਕਰੋਸਕੋਪ ਕਿਸਨੇ ਡਿਸਕਵਰ ਕੀਤਾ ਸੀ, ਪਹਿਲੇ ਮਾਈਕਰੋਸਕੋਪ ਦੀ ਖੋਜ ਕਿਸਨੇ ਕੀਤੀ ਸੀ, ਉਹ ਕੀਤੀ ਸੀ ਜ਼ਕਰੀਆਸ ਜੌਨਸਨ। ਠੀਕ ਹੈ, ਜ਼ਕਰੀਆਸ ਜੌਨਸਨ ਨੇ ਪਹਿਲੀ ਵਾਰ ਜੋ ਮਾਈਕਰੋਸਕੋਪ ਦੀ
ਖੋਜ ਕੀਤੀ ਸੀ। ਠੀਕ ਹੈ, ਕਿਉਂਕਿ ਦੇਖੋ ਮਾਈਕਰੋਸਕੋਪ ਦੇ ਆਉਣ ਦੇ ਨਾਲ ਬਣਨ ਤੋਂ ਬਾਅਦ ਹੀ ਜੋ ਬਾਇਓਲੋਜੀ ਦੇ ਵਿੱਚ ਬਹੁਤ ਜ਼ਿਆਦਾ ਗੱਲਾਂ ਦੀਆਂ ਤਬਦੀਲੀਆਂ ਹੋ ਗਈਆਂ, ਬੜੇ ਜ਼ਿਆਦਾ ਹੋਰ ਵੀ ਬਹੁਤ ਛੋਟੇ ਛੋਟੇ ਜੋ ਜੀਵ ਜੰਤੂਆਂ ਦੀ ਖੋਜ ਕੀਤੀ ਗਈ। ਠੀਕ ਹੈ ਜੀ, ਸੈੱਲ ਦੀ ਖੋਜ ਵੀ ਕਿਉਂ ਹੋਈ, ਕਿਉਂਕਿ ਮਾਈਕਰੋਸਕੋਪ ਬਣਿਆ ਸੀ। ਠੀਕ ਹੈ, ਮਾਈਕਰੋਸਕੋਪ ਦੀ ਬਾਇਓਲੋਜੀ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਹੈ। ਤਾਂ ਪਹਿਲਾ ਮਾਈਕਰੋਸਕੋਪ ਕਿਸ ਨੇ ਬਣਾਇਆ ਸੀ, ਉਹ ਬਣਾਇਆ ਸੀ ਜ਼ਕਰਿਆਸ ਜੌਨਸਨ ਨੇ, ਤੇ ਇਹ 1590 ਦੇ ਵਿੱਚ ਬਣਿਆ ਸੀ। ਠੀਕ ਹੈ, 1590 ਦੇ ਵਿੱਚ ਬਣਿਆ ਸੀ। ਤੇ ਜੋ ਪਹਿਲਾ ਮਾਈਕਰੋਸਕੋਪ ਸੀ ਉਹ ਇੱਕ ਤਰ੍ਹਾਂ ਦੇ ਰੋਡ ਟਾਈਪ ਸੀਗਾ। ਠੀਕ ਹੈ, ਇੱਕ ਤਰ੍ਹਾਂ ਦੀ ਰੋਡ ਟਾਈਪ ਸੀਗਾ, ਜਿਸ ਦੇ ਇੱਕ ਪਾਸੇ ਆਬਜੈਕਟਿਵ ਹੁੰਦਾ ਸੀ ਤੇ ਇੱਕ ਪਾਸੇ ਆਈ ਪੀਸ ਹੁੰਦਾ ਸੀ। ਇਸ ਤਰ੍ਹਾਂ ਦਾ ਸੀਗਾ ਪਹਿਲਾ ਮਾਈਕਰੋਸਕੋਪ। ਠੀਕ ਹੈ ਜੀ, ਤਾਂ ਇਸ ਦੇ ਨਾਲ ਹੀ ਆਪਣਾ ਅੱਜ ਦਾ ਲੈਕਚਰ ਸਮਾਪਤ ਹੁੰਦਾ ਹੈ। ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਸਾਨੂੰ ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ।